ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਮਨਪ੍ਰੀਤ ਰੰਧਾਵਾ, ਸੀਨੀਅਰ ਜਰਨਲਿਸਟ। ਮਨਪ੍ਰੀਤ ਜੀ, ਜੀ ਆਇਆਂ। ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਜਜ਼ਬਾਤ ਤੇ ਜ਼ੋਰ ਨਹੀਂ ਹੁੰਦਾ, ਇਹ ਆਪ ਮੁਹਾਰਾ ਵੇਗ ਆ ਜਿਹੜਾ ਉਮੜ ਆਉਂਦਾ ਗਾਹੇ ਬਗਾਹੇ। ਅੱਜ ਇੱਕ ਸੁਨੇਹੇ ਨੇ, ਫੋਨ ਸੁਨੇਹੇ ਨੇ ਮੇਰੇ ਸਿਰ ਤੇ ਮਣਾ ਮੂੰਹ ਭਾਰ ਲੱਦ ਦਿੱਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਇੱਕ ਮਿੱਠਾ ਜਿਹਾ ਮਿਹਣਾ ਮਾਰਦੇ ਆ, ਜਸਪਾਲ ਸਿੰਘ ਸੰਧੂ। ਮੈਨੂੰ ਇੰਝ ਲੱਗਿਆ ਜਿਵੇਂ ਕਹਿ ਰਹੇ ਹੋਣ ਜਿਹੜੇ ਅਸਮਾਨ 'ਚ ਤੂੰ ਉੱਡਦਾ ਫਿਰਦਾ ਹੈ, ਉਹ ਖੰਭ ਇੱਥੋਂ ਦੇ ਦਿੱਤੇ ਹੋਏ ਆ, ਸਾਡੀ ਧਰਤੀ ਦੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ। ਬਹੁਤ ਵਾਰੀ ਅਸੀਂ ਆਪਣੇ ਆਪਣੇ ਹਿੱਸੇ ਦਾ ਅਸਮਾਨ ਲੱਭ ਲੈਂਦੇ ਆ, ਤੇ ਕਈਆਂ ਨੂੰ ਅਸਮਾਨ ਮਿਲ ਜਾਂਦਾ, ਉਹ ਕੁਟੀਆ ਉਸਾਰ ਲੈਂਦੇ, ਵਲਗਣਾ ਉਸਾਰ ਲੈਂਦੇ। ਮੈਨੂੰ ਕੈਪਟਨ ਅਮਰਿੰਦਰ ਸਿੰਘ ਯਾਦ ਆਉਂਦੇ। ਲੋਕਾਂ ਨੇ ਉਹਨਾਂ ਨੂੰ ਪੂਰਾ ਅਸਮਾਨ ਦਿੱਤਾ ਪੰਜਾਬ ਦਾ, ਤੇ ਉਹਨਾਂ ਨੇ ਸਿਸਮਾਂ 'ਚ ਇੱਕ ਕੁਟੀਆ ਉਸਾਰ ਲਈ, ਵਲਗਣ ਵੜ ਲਈ, ਲੋਕਾਂ ਵੱਲੋਂ ਪਿੱਠ ਕਰ ਲਈ। ਫਿਰ ਹੁਣ ਉਹ ਅਸਮਾਨ ਲੱਭਦੇ ਫਿਰਦੇ ਆ। ਮੈਂ ਗਲਤੀ ਨਹੀਂ ਕਰੂੰਗਾ, ਮੈਂ ਮੁੜ ਕੇ ਆਉਣਾ। ਮੈਨੂੰ ਸੰਧੂ ਸਾਹਿਬ ਜਦੋਂ ਇਹ ਕਹਿੰਦੇ ਆ ਕਿ ਇੰਨੀ ਦਿਨੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸਿਤਾਰਾ ਬੁਲੰਦੀ ਤੇ ਆ, ਦੋ ਚੀਫ ਸੈਕਟਰੀ, ਇੱਕ ਉੱਤਰਾਖੰਡ ਦੇ ਸੁਖਬੀਰ ਸਿੰਘ ਸੰਧੂ ਔਰ ਸੰਜੀਵ ਕੌਸ਼ਲ ਹਰਿਆਣੇ ਦੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਚੋਂ ਨਿਕਲ ਕੇ ਗਏ ਆ, ਤਾਂ ਨਾਲ ਦੀ ਨਾਲ ਹੀ ਉਹ ਯਾਦ ਕਰਾਉਂਦੇ ਆ ਕਿ 4 ਵਾਈਸ ਚਾਂਸਲਰ, ਜਿਨ੍ਹਾਂ ਚੋਂ ਆਪ ਵੀ ਨੇ, ਉਹਨਾਂ ਦੇ ਨਾਲ ਪੰਜਾਬੀ ਯੂਨੀਵਰਸਿਟੀ ਵਾਲੇ ਡਾਕਟਰ ਅਰਵਿੰਦ ਨੇ, ਡਾਕਟਰ ਕਰਮਜੀਤ ਨੇ ਓਪਨ ਯੂਨੀਵਰਸਿਟੀ ਦੇ, ਔਰ ਬੇਅੰਤ ਸਿੰਘ ਕਾਲਜ ਦੇ ਜਿਹੜੇ ਮੈਂ ਨਾਂ ਲਿਖਿਆ ਸੁਸ਼ੀਲ ਮਿੱਤਲ ਨੇ, ਔਰ ਡੀਜੀਪੀ ਜੰਮੂ ਕਸ਼ਮੀਰ ਦੇ ਸਰਦਾਰ ਦਿਲਬਾਗ ਸਿੰਘ। ਉਹ ਕਹਿੰਦੇ ਯੂਨੀਵਰਸਿਟੀ ਉੱਡਦੀ ਹੈ, ਪਰ ਉੱਡਣ ਵਾਲੇ ਇਹਦੇ ਸਿਰ ਤੇ ਇਹਦੀ ਪਰਵਾਜ਼ ਲੈ ਕੇ ਮੁੜ ਕੇ ਭੁੱਲ ਜਾਂਦੇ। ਮੈਂ ਡਾਕਟਰ ਸਾਹਿਬ ਇਸ ਮਿਹਣੇ ਨੂੰ ਤਸਲੀਮ ਕਰਦਾ। ਅਸੀਂ ਵਿਹੜੇ ਮੋਕਲੇ ਕਰ ਲਿਆ, ਔਰ ਸੱਚਿਓਂ ਅਸੀਂ ਛੋਟੇ ਲੋਕ ਆ, ਮੋਹ ਬੰਤੇ ਨਹੀਂ ਰਹੇ। ਸਾਡੀਆਂ ਸੀਮਾਵਾਂ ਨੇ, ਪਰ ਉਹ ਧਰਤੀਆਂ, ਜਿਨ੍ਹਾਂ ਧਰਤੀਆਂ ਤੋਂ ਕੋਈ ਵੀ ਉੱਠਿਆ, ਭਾਵੇਂ ਅਮਰੀਕਾ, ਕੈਨੇਡਾ ਜਾਂ ਆਸਟ੍ਰੇਲੀਆ 'ਚ ਬੈਠਾ ਹੈ, ਇੱਕ ਵਾਰੀ ਆਪਣੀਆਂ ਵੱਟਾਂ ਖੇਤਾਂ ਵੱਲ ਗੇੜਾ ਜ਼ਰੂਰ ਮਾਰਿਓ। ਤੁਹਾਡੇ ਸੁਪਨੇ ਉੱਥੇ ਬੜੇ ਪਏ ਹੋਣਗੇ, ਤੁਹਾਡੇ ਪੈਰਾਂ ਦੀਆਂ ਪੈੜਾਂ ਹੋਣਗੀਆਂ, ਉਹਨਾਂ ਦੇ ਨਾਲ ਤੁਰਨਾ ਕਿਸੇ ਵੇਲੇ ਸੁੱਖ ਦਾ ਅਹਿਸਾਸ ਦਿੰਦਾ ਹੈ। ਸੋ ਮਾਫੀ ਚਾਹੁੰਦੇ ਆ, ਅਸੀਂ ਲੋਕ ਜਿਹੜੇ ਆਪਣੀਆਂ ਜੜ੍ਹਾਂ ਛੱਡ ਆਏ, ਜੂਹਾਂ ਛੱਡ ਆਏ, ਉਹਨਾਂ ਦਾ ਵੀ ਦਿਲ ਕਦੇ ਕਦੇ ਕਰਨਾ ਬਣਦਾ ਹੈ, ਉਹਨਾਂ ਥਾਵਾਂ ਵੱਲ ਗੇੜਾ ਮਾਰੀਏ। ਸੋ ਅਸੀਂ ਸਿਆਸਤ ਦੀ ਜਦੋਂ ਗੱਲ ਕਰਾਂਗੇ ਮੁੜ ਕੇ, ਕਿਉਂਕਿ ਵੀਸੀ ਸਾਹਿਬ ਦਾ ਇਹ ਮਿਹਣਾ ਸੀ ਵੀ ਤੁਸੀਂ ਸਿਆਸਤ ਦੀ ਘੋਟੀ ਜਾਂਦੇ ਹੋ, ਜ਼ਿੰਦਗੀ ਜੀਣ ਦੀਆਂ ਗੱਲਾਂ ਨਾ ਛੱਡੋ, ਉੱਥੋਂ ਹੀ ਸਿਆਸਤ ਨਿਕਲਦੀ ਹੈ। ਮੈਂ ਅੱਜ ਜਦੋਂ ਲੋਕਾਂ ਨੂੰ ਚੰਡੀਗੜ੍ਹ ਦੇ ਰਾਹਾਂ 'ਚ ਬੈਠਿਆਂ ਤੱਕਦਾ ਹੈ ਮਨਪ੍ਰੀਤ ਜੀ, ਉਹ ਰਾਹ ਜਿਹੜੇ ਰੋਕ ਤੇ ਗਏ ਆ, ਉਹਨਾਂ ਲੋਕਾਂ ਹੀ ਰੋਕਿਆ ਤੇ ਆਪਣੇ ਵਾਲੇ ਹੀ ਰੋਕੇ ਨੇ। ਇਹ ਮੰਗਾਂ, ਇਹ ਹੱਕਾਂ, ਇਹ ਯੁੱਧਾਂ ਦਾ ਕਿਵੇਂ ਜ਼ਿਕਰ ਛੇੜੀਏ, ਮੈਨੂੰ ਸਮਝ ਨਹੀਂ ਆਉਂਦੀ। ਕੱਲ ਘੰਟਿਆਂ ਬੱਧੀ ਜਾਮ ਲੱਗੇ ਰਹੇ, ਜਿਨ੍ਹਾਂ ਦੇ ਵਿੱਚ ਲੋੜਵੰਦ ਵੀ ਫਸੇ ਰਹੇ, ਲੇਕਿਨ ਉਹ ਵੀ ਬਹੁਤ ਵੱਡੇ ਲੋੜਵੰਦ ਆ ਜਿਹੜੇ ਸੜਕਾਂ 'ਚ ਬੈਠੇ ਆ ਘਰ ਛੱਡ ਕੇ। ਇਹਨਾਂ ਮਸਲਿਆਂ ਦਾ ਹੱਲ ਕਿਵੇਂ ਨਿਕਲੂ? ਕਿਤੇ ਅਨਾਰਕੀ ਵੱਲ ਤਾਂ ਨਹੀਂ ਵੱਧ ਰਹੇ ਕਿ ਪੋਲੀਟੀਸ਼ੀਅਨਸ ਦੀ ਜਿਹੜੀ ਭਰੋਸੇਯੋਗਤਾ ਦਾ ਗਵਾਚ ਜਾਣਾ, ਤੇ ਇਸ ਮਹੀਨੇ ਦੇ ਵਿੱਚ ਹੀ ਲੋਕਾਂ ਦਾ ਸਾਰੇ ਮਸਲੇ ਹੱਲ ਕਰਵਾਉਣ ਦੀ ਸੋਚ ਲੈ ਕੇ ਤੁਰਨਾ, ਇਹ ਬੜੇ ਵਰਤਾਰੇ ਨਾ ਪੱਖੀ ਨੇ। ਰੋਕ ਨਹੀਂ ਸਕਦੇ ਆਪਾਂ ਇਹਨਾਂ ਨੂੰ, ਬਸ ਚਰਚਾ ਕਰ ਸਕਦੇ ਹਾਂ। ਦੂਜੀ ਗੱਲ, ਜੇ ਕਾਂਗਰਸ ਪਾਰਟੀ ਦੇ ਕਲੇਸ਼ ਦੀ ਗੱਲ ਕਰੋਗੇ, ਕੁਝ ਲੋਕ ਸਵਾਲ ਕਰਦੇ ਸੀ ਕਿ ਸਿੱਧੂ ਤਾਂ ਕਾਂਗਰਸ ਪਾਰਟੀ ਦੇ ਵਿੱਚ ਵੱਡੇ ਵੱਡੇ ਦਾਅਵੇ ਲੁਧਿਆਣੇ 'ਚ ਕਰ ਗਏ, ਤੁਸੀਂ ਕਹਿੰਦੇ ਸੀਗੇ ਗੱਲ ਠੀਕ ਨਹੀਂ। ਤੇ ਜਿਹੜੇ ਬਲਾਕ ਪ੍ਰਧਾਨਾਂ ਦੀ ਮੀਟਿੰਗ ਤਿੰਨਾਂ ਜ਼ੋਨਾਂ ਦੀ, ਮਾਝਾ, ਮਾਲਵਾ, ਦੁਆਬਾ, ਚੰਨੀ ਨੇ ਲਈ ਆ, ਤੇ ਇਹੋ ਜਿਹੀ ਇੱਕ ਮੀਟਿੰਗ ਲੁਧਿਆਣੇ ਦੇ ਵਿੱਚ ਸਿੱਧੂ ਨੇ ਲਈ ਆ। ਇੱਥੇ ਬਹੁਤ ਕਲੇਸ਼ ਪਏ ਨੇ, ਅੰਦਰ ਦੀਆਂ ਗੱਲਾਂ ਮਨਪ੍ਰੀਤ ਜੀ ਤੋਂ ਪੁੱਛਾਂਗੇ। ਇਹਦੇ ਨਾਲ ਹੀ ਪੰਜਾਬ ਦੀ ਸਿੱਖਿਆ ਨੂੰ ਲੈ ਕੇ ਦਿੱਲੀ ਔਰ ਪੰਜਾਬ 'ਚ ਯੁੱਧ ਛਿੜਿਆ। ਵੈਸੇ ਇਹ ਯੁੱਧ ਨਵੇਂ ਨਹੀਂ, ਦਿੱਲੀ ਪੰਜਾਬ ਦੀ ਬਣੀ ਕਦੇ ਨਹੀਂ, ਪਰ ਇਹ ਪੂਰਕ ਵੀ ਦੋਵੇਂ ਇੱਕ ਦੂਜੇ ਦੇ ਨੇ। ਐਤਕੀ ਯੁੱਧ ਵਿੱਚੋਂ ਜੇ ਕੋਈ ਚਰਚਾ ਨਿਕਲ ਆਵੇ, ਸੰਵਾਦ ਉਸਰਾਵੇ, ਉਹਦੀ ਗੱਲ ਕਰਨੀ ਬਣੂਗੀ। ਲੇਕਿਨ ਇਹਦੇ ਨਾਲ ਅਕਾਲੀਆਂ ਦੀ ਪੋਲਿਟਿਕਸ ਦੇ ਵਿੱਚ ਲੰਬੀ ਦੀ ਪੋਲਿਟਿਕਸ ਦਾ ਜ਼ਿਕਰ ਹੋ ਰਿਹਾ, ਉਸ ਖੇਤਰ ਦਾ ਜ਼ਿਕਰ ਹੋ ਰਿਹਾ, ਬਾਦਲ ਪਰਿਵਾਰ ਦੇ ਵਿੱਚ ਵੰਡ ਦਾ ਜ਼ਿਕਰ ਹੋ ਰਿਹਾ ਕਿ ਕਿਹਨੂੰ ਇਸ ਵਾਰੀ ਵੱਡੇ ਬਾਦਲ ਦੀ ਜਗ੍ਹਾ ਟਿਕਟ ਦਈਏ। ਤੇ ਇਹਦੇ ਨਾਲ ਹੀ ਬੀਐਸਐਫ ਦੇ ਪ੍ਰਮੁੱਖ ਕਹਿੰਦੇ ਆ ਕਿ ਅਸੀਂ ਪੰਜਾਬ ਪੁਲਿਸ ਦੇ ਅਧਿਕਾਰਾਂ ਤੇ ਡਾਕਾ ਬਿਲਕੁਲ ਨਹੀਂ ਮਾਰਨਾ, ਦੋਨਾਂ ਦੇ ਆਪਣੇ ਅਧਿਕਾਰ ਖੇਤਰ ਆ। ਸੋ ਮੈਂ ਸਭ ਤੋਂ ਪਹਿਲਾਂ ਮਨਪ੍ਰੀਤ ਜੀ, ਸਿਆਸਤ ਦੀਆਂ ਧੁਰ ਅੰਦਰਲੀਆਂ ਗੱਲਾਂ ਕਰਨ ਤੋਂ ਪਹਿਲਾਂ ਚੰਡੀਗੜ੍ਹ ਦੇ ਰਾਹਾਂ 'ਚ ਬੈਠੇ, ਘਰ ਛੱਡ ਕੇ ਬੇਘਰਿਆਂ ਵਾਂਗ ਹਰ ਦਿਨ ਸ਼ਾਮ ਬਿਤਾਉਂਦੇ ਲੋਕਾਂ ਦਾ ਜ਼ਿਕਰ ਛੇੜਨਾ ਚਾਹੂੰਗਾ, ਜਿਨ੍ਹਾਂ ਨੇ ਆਪਣੇ ਕਈ ਜ਼ਿੰਮੇਵਾਰ ਲੋਕਾਂ ਦੇ ਰਾਹ ਵੀ ਡੱਕੇ ਨੇ। ਲੋਕਾਂ 'ਚ ਪਰਸਪਰ ਗੁੱਸਾ ਵੱਧ ਰਿਹਾ, ਇੱਕ ਦੂਜੇ ਦੇ ਖਿਲਾਫ ਹੱਥੋਂ ਪਾਈ ਤੱਕ ਉਤਰ ਰਿਹਾ, ਉਹਨਾਂ ਥਾਵਾਂ ਤੇ ਝਗੜੇ ਵੀ ਹੋ ਰਹੇ ਆ ਤੇ ਗਾਲੀ ਗਲੋਚ ਵੀ ਹੋ ਰਿਹਾ। ਕੀ ਕਹਿੰਦੇ ਹੋ ਰੰਧਾਵਾ ਜੀ? ਤੁਸੀਂ ਦੇਖੋ, ਕਈ ਵਾਰੀ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ, ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਦੇ ਨੇ, ਪਹਿਲੀ ਪ੍ਰੈਸ ਕਾਨਫਰੰਸ ਕਰਦੇ ਤੇ ਉਹਨਾਂ ਨੇ ਇੱਕ ਬਹੁਤ ਵੱਡਾ ਭਰੋਸਾ ਸਾਰਿਆਂ ਨੂੰ ਦਿੱਤਾ ਸੀ। ਕਹਿੰਦੇ ਆਓ ਆਪਾਂ ਟੇਬਲ ਤੇ ਬੈਠ ਕੇ ਗੱਲਬਾਤ ਕਰੀਏ ਤੇ ਅੱਗੇ ਵਧੀਏ। ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕੱਲ ਦੀ,
ਇਹ ਨੈਸ਼ਨਲ ਹੈਲਥ ਮਿਸ਼ਨ ਦੇ ਵਰਕਰਸ ਨੇ, ਲਗਭਗ 4000 ਦੇ ਕਰੀਬ। ਇਹਨਾਂ ਨੂੰ ਪੱਕੇ ਹੋਣ ਦੀ ਗੱਲ ਬਹੁਤ ਭਰੋਸਾ ਦਿੱਤਾ ਗਿਆ ਸੀ ਇਸੇ ਸਰਕਾਰ ਵੱਲੋਂ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਅਸੀਂ ਐਕ੍ਰੈਡੀਟੇਡ ਸੋਸ਼ਲ ਹੈਲਥ ਐਕਟਿਵਿਸਟ ਜਾਂ ਆਸ਼ਾ ਵਰਕਰਸ ਕਹਿੰਦੇ ਆ, ਉਹਨਾਂ ਨੂੰ 1 ਮਹੀਨੇ ਦਾ ਆਨਰੇਰੀਅਮ, ਯਾਨੀ ਕਿ ਉਹਨਾਂ ਦੀ ਕਹਿ ਲਓ ਰਿਸਪੈਕਟਫੁਲੀ ਕੋਈ ਚੀਜ਼ ਦੇ ਦੇਣੀ ਆਪਾਂ ਮਹੀਨੇ ਦੀ, ਉਹ ਭੱਤਾ ਲਾਉਣ ਦੀ ਗੱਲ ਕੀਤੀ ਸੀ ਓਮ ਪ੍ਰਕਾਸ਼ ਸੋਨੀ, ਜਿਹੜੇ ਖੁਦ ਇਸ ਟਾਈਮ ਹੈਲਥ ਮਿਨਿਸਟਰ ਨੇ। ਪਹਿਲਾਂ ਬਲਬੀਰ ਸਿੰਘ ਸਿੱਧੂ ਹੋਣੀ ਕਹਿੰਦੇ ਸੀ ਕਿ ਇਹਨਾਂ ਨੂੰ 2500 ਰੁਪਇਆ ਮਹੀਨਾ ਦੇਵਾਂਗੇ, ਤੇ ਬਾਅਦ ਦੇ ਵਿੱਚ ਇਹੀ ਓਪੀ ਸੋਨੀ ਸਾਹਿਬ ਕਹਿੰਦੇ ਕਿ ਨਹੀਂ 2500 ਤਾਂ ਬਹੁਤ ਘੱਟ ਆ, ਆਪਾਂ 4000 ਰੁਪਇਆ ਇਹਨਾਂ ਨੂੰ ਦੇਵਾਂਗੇ ਕਿਉਂਕਿ ਹਰਿਆਣੇ ਵਾਲੇ ਇੰਨਾ ਦਿੰਦੇ ਆ। ਕਹਿਣ ਦਾ ਮਤਲਬ ਕਿ ਜਦੋਂ ਤੁਸੀਂ ਟਿੱਪਣੀਆਂ ਕਰਨੀਆਂ ਹੁੰਦੀਆਂ, ਸਟੇਟਮੈਂਟਸ ਦੇਣੀਆਂ ਹੁੰਦੀਆਂ, ਲੋਕਾਂ ਦੀ ਵਾਹਵਾ ਖੱਟਣੀ ਹੁੰਦੀ ਹੈ, ਤੇ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਹੋ ਤੇ ਉਹਨਾਂ ਲੋਕਾਂ ਨੂੰ ਭਰੋਸੇ 'ਚ ਲੈਂਦੇ ਹੋ, ਪਰ ਜਦੋਂ ਉਹਨਾਂ ਦੀ ਇੰਪਲੀਮੈਂਟੇਸ਼ਨ ਹੁੰਦੀ ਆ ਜਾਂ ਲਾਗੂ ਕਰਨਾ ਹੁੰਦਾ, ਉਦੋਂ ਤੁਹਾਡੇ ਪੈਰ ਥਿਰਕ ਜਾਂਦੇ ਆ। ਹੁਣ ਇਹਨਾਂ ਨੇ ਕਹਿਤਾ ਕਿ ਅਸੀਂ ਤਾਂ ਜਿਹੜੇ ਨੈਸ਼ਨਲ ਹੈਲਥ ਮਿਸ਼ਨ ਵਾਲੇ ਵਰਕਰਸ ਆ ਉਹਨਾਂ ਨੂੰ ਪੱਕੇ ਨਹੀਂ ਕਰ ਸਕਦੇ। ਇੱਕ ਗੱਲ ਮੈਂ ਤੁਹਾਨੂੰ ਇੱਥੇ ਯਾਦ ਕਰਾ ਦਾਂ, ਕੋਵਿਡ-19 ਭਮਾਰੇ ਦੇ ਦੌਰਾਨ ਜਦੋਂ ਫੈਲਾਅ ਹੋਇਆ ਸੀ, ਘਰ ਘਰ ਜਾ ਕੇ ਇਹੀ ਆਸ਼ਾ ਵਰਕਰਸ, ਇਹੀ ਨੈਸ਼ਨਲ ਹੈਲਥ ਮਿਸ਼ਨ ਦੇ ਵਰਕਰਸ ਜਾ ਕੇ ਇਹਨਾਂ ਦੀ ਬੈਕਬੋਨ ਬਣੇ ਸੀ, ਜਿਹੜੇ ਦਵਾਈਆਂ ਲੈ ਕੇ ਜਾਂਦੇ ਸੀ, ਚਾਰਟ ਬਣਾਉਂਦੇ ਸੀ, ਤੇ ਉਦੋਂ ਇਹਨਾਂ ਨੂੰ ਮਸੀਹੇ ਕਿਹਾ ਜਾਂਦਾ ਸੀ। ਇਹ ਤਾਂ ਦੂਤ ਆ, ਇਹ ਤਾਂ ਬਹੁਤ ਵੱਡਾ ਕੰਮ ਕਰ ਰਿਹਾ। ਡਾਕਟਰਸ ਤੋਂ ਲੈ ਕੇ ਨਰਸਿਸ ਤੋਂ ਲੈ ਕੇ ਇਹ ਸਾਰਿਆਂ ਨੇ ਬੜਾ ਵੱਡਾ ਰੋਲ ਨਿਭਾਇਆ, ਲੇਕਿਨ ਜਦੋਂ ਹੁਣ ਉਹਨਾਂ ਦੀ ਬਾਹ ਫੜਨ ਦਾ ਵੇਲਾ ਆਇਆ, ਇਹ ਸਾਰੇ ਪਿੱਛੇ ਹਟ ਗਏ। ਇਸੇ ਕਰਕੇ ਉਹਨਾਂ ਨੇ ਖਰੜ ਦੇ ਵਿੱਚ ਬਹੁਤ ਵੱਡਾ ਜਾਮ ਲਾਇਆ। ਰੰਧਾਵਾ ਜੀ, ਇਹ ਜਲੰਧਰ ਚੰਡੀਗੜ੍ਹ ਦਾ ਜਿਹੜਾ ਹਾਈਵੇ ਸੀ, ਇਹ ਬਿਲਕੁਲ ਜਾਮ ਰਿਹਾ। ਲੇਕਿਨ ਅੱਜ ਓਮ ਪ੍ਰਕਾਸ਼ ਸੋਨੀ ਜਿਹੜੇ ਹੈਲਥ ਮਿਨਿਸਟਰ ਨੇ ਪੰਜਾਬ ਦੇ, ਉਹ ਕਹਿੰਦੇ ਆ ਕਿ ਮੈਂ ਚੰਡੀਗੜ੍ਹ ਦੇ ਵਿੱਚ ਇਹਨਾਂ ਨਾਲ ਇੱਕ ਬੈਠਕ ਕਰੂੰਗਾ। ਦੇਖਦੇ ਆ ਬੈਠਕ ਦੇ ਵਿੱਚ ਕੀ ਨਤੀਜਾ ਨਿਕਲਦਾ। ਲੇਕਿਨ ਇੱਥੋਂ ਇਹ ਪਤਾ ਲੱਗਦਾ ਕਿ ਜਿਹੜੇ ਸਾਡੇ ਸਿਆਸਤਦਾਨ ਆ, ਉਹ ਕਿਸੇ ਵੀ ਪਾਰਟੀ ਦੇ ਨਾਲ ਤਾਲੁਕ ਕਿਉਂ ਨਾ ਰੱਖਦੇ ਹੋਣ, ਦਾਅਵੇ ਤੇ ਵਾਅਦੇ ਕਰਨ ਦੇ ਵਿੱਚ ਬਹੁਤ ਮੋਢੀ ਰਹਿੰਦੇ ਨੇ, ਬਹੁਤ ਅੱਗੇ ਰਹਿੰਦੇ ਨੇ, ਲੇਕਿਨ ਜਦੋਂ ਲਾਗੂ ਕਰਨ ਦਾ ਵੇਲਾ ਆਉਂਦਾ ਤੇ ਫਿਰ ਇਹ ਸਾਰੇ ਭੱਜ ਜਾਂਦੇ ਨੇ। ਇਸ ਕਰਕੇ ਇਸ ਮੁਲਕ ਦੀ, ਇਸ ਸੂਬੇ ਦੀ ਤਰਾਸਦੀ ਆ। ਤੇ ਉਹ ਲੋਕ ਜਿਹੜੇ ਲਗਾਤਾਰ ਧਰਨੇ ਪ੍ਰਦਰਸ਼ਨ ਕਰਦੇ ਆ, ਬਿਠਾ ਕੇ ਗੱਲ ਕਰੋ। ਜੇ ਤੁਸੀਂ ਨਹੀਂ ਕੁਝ ਕਰ ਸਕਦੇ ਜਾਂ ਤੁਹਾਡੇ ਖਜ਼ਾਨੇ 'ਚ ਉਸ ਤਰ੍ਹਾਂ ਦਾ ਭਾਰ ਨਹੀਂ ਚੱਲਦਾ, ਤੇ ਕਮ ਸੇ ਕਮ ਗੱਲ ਸਾਫ਼ ਕਰੋ। ਪਹਿਲਾਂ ਤੁਸੀਂ ਉਹਨਾਂ ਦੀਆਂ ਸੇਵਾਵਾਂ ਲੈ ਲੈਂਦੇ ਹੋ ਤੇ ਬਾਅਦ 'ਚ ਉਹਨਾਂ ਨੂੰ ਤੋਰ ਦਿੰਦੇ ਹੋ ਬਗੈਰ ਕੁਝ ਦਿੱਤੇ, ਤੇ ਫਿਰ ਇਹ ਗੱਲ ਠੀਕ ਨਹੀਂ ਹੈ। ਇਹਨਾਂ ਗੱਲਾਂ ਦਾ ਫੈਸਲਾ ਆਉਣ ਵਾਲੇ ਦਿਨਾਂ 'ਚ ਹੋਊਗਾ। ਜੀ ਰੰਧਾਵਾ ਜੀ। ਮਨਪ੍ਰੀਤ ਜੀ, ਸਿੱਧਿਓਂ ਸਿਆਸਤ ਦੀ ਗੱਲ ਕਰਦੇ ਆ, ਭਾਵੇਂ ਆਲੋਚਨਾ ਦਾ ਸ਼ਿਕਾਰ ਹੋ ਜੀਦਾ, ਪਰ ਜਿਹੜੀ ਸੱਤਾ ਧਿਰ ਹੁੰਦੀ ਆ, ਜਿਹਨੇ ਫੈਸਲੇ ਲੈਣੇ ਹੁੰਦੇ ਆ, ਜੇਕਰ ਉਹ ਸਿਰ ਹੀ ਨਾ ਜੋੜੇ, ਉਹ ਆਪਸ ਵਿੱਚ ਹੀ ਉਲਝੀ ਰਵੇ, ਤੇ ਉਹਨੇ ਲੋਕਾਂ ਦਾ ਕੀ ਸਵਾਰਨਾ। ਫੋਕੇ ਦਾਅਵਿਆਂ ਤੱਕ ਲੋਕ ਹੁਣ ਕਹਿਣ ਲੱਗੇ ਕਿ ਗੱਲ ਅਨਾਉਂਸਮੈਂਟਸ ਤੱਕ ਸੀਮਤ ਹੋ ਜਾਂਦੀ ਆ। ਔਰ ਕੱਲ ਜੋ ਵਾਪਰਿਆ, ਇੱਕ ਵਾਰੀ ਫਿਰ ਸੋਮਵਾਰ ਵਾਲੇ ਦਿਨ ਮਾਲਵਾ ਖਿੱਤੇ ਦੇ ਲੋਕਾਂ ਨੂੰ ਬੁਲਾਇਆ ਗਿਆ ਸੀ, ਪਾਰਟੀ ਅਹੁਦੇਦਾਰਾਂ ਨੂੰ ਮੁੱਖ ਮੰਤਰੀ ਵੱਲੋਂ ਸੁਣਿਆ ਗਿਆ। ਉਦੋਂ ਸਿੱਧੂ ਨਦਾਰਦ ਸੀ ਕਿ ਕੱਲ ਸਿੱਧੂ ਇੱਕ ਜਗ੍ਹਾ ਪ੍ਰਗਟ ਹੋ ਗਏ ਔਰ ਉੱਥੇ ਇੰਜ ਲੱਗਣ ਲੱਗਿਆ ਜਿਵੇਂ ਉਹੀ ਸਭ ਕੁਝ ਕਾਂਗਰਸ ਪਾਰਟੀ ਦੇ ਨੇ। ਸਮਾਨਾਂਤਰ ਸ਼ਾਮ ਨੂੰ 6 ਵਜੇ ਦੇ ਕਰੀਬ ਫਿਰ ਮਾਝਾ ਔਰ ਦੁਆਬਾ ਤੇ ਮਾਲਵੇ ਦੇ ਕੁਝ ਖਿੱਤਿਆਂ ਚੋਂ ਬਲਾਕ ਪ੍ਰਧਾਨ ਔਰ ਕਈ ਚੁਣੇ ਹੋਏ ਨੁਮਾਇੰਦੇ ਵੀ ਸੱਦੇ ਗਏ ਮੁੱਖ ਮੰਤਰੀ ਵੱਲੋਂ। ਉੱਥੇ ਸਿੱਧੂ ਫਿਰ ਨਹੀਂ ਸੀਗੇ। ਸਵਾਲ ਇਹ ਹੈ ਕਿ ਸਿੱਧੂ ਨੇ ਵੀ ਇਸੇ ਤਰ੍ਹਾਂ ਦੇ ਲੋਕਾਂ ਨਾਲ, ਕੌਂਸਲਰਾਂ ਔਰ ਬਲਾਕ ਪ੍ਰਧਾਨਾਂ ਨਾਲ ਕੱਲ ਲੁਧਿਆਣੇ 'ਚ ਮੀਟਿੰਗ ਕੀਤੀ ਸੀਗੀ। ਇਹ ਦੋਨੇ ਜਿਵੇਂ ਹਾਥੀ ਦੇ ਦੰਦ ਖਾਣ ਦੇ ਹੋਰ, ਵਿਖਾਉਣ ਦੇ ਹੋਰ, ਦੋਨੇ ਲੱਗਦੇ ਤਾਂ ਸੇਮ ਪੇਜ ਤੇ ਆ ਬਹੁਤੀ ਵਾਰੀ, ਲੇਕਿਨ ਅੰਦਰ ਆਪਣੇ ਆਪਣੇ ਹਿੱਸੇ ਦੀ ਸਿਆਸਤ, ਜਿਹਨੂੰ ਕਹਿੰਦੇ ਖੋਆ ਮਾਈ ਆ, ਇਹ ਖੋਣ ਦਾ ਯਤਨ ਹੋ ਰਿਹਾ ਕਿ ਮੈਂ ਵੱਡਾ ਕਿ ਤੂੰ ਵੱਡਾ, ਅਗਲੇ ਦੌਰ 'ਚ ਕੌਣ ਵੱਡਾ ਚਿਹਰਾ ਹੋਊਗਾ। ਇਹ ਲੜਾਈ ਮੁੱਕੀ ਨਹੀਂ। ਔਰ ਇੱਕ ਅਖਬਾਰ ਦੀ ਖਬਰ ਨੇ ਮੈਨੂੰ ਥੋੜਾ ਜਿਹਾ ਰੋਮਾਂਚ ਦਿੱਤਾ। ਆਖੇ ਸਿੱਧੂ ਨੂੰ ਚੁੱਪ ਕਰਾਓ ਜੇ ਜਿੱਤਣਾ ਹੈ। ਕਾਂਗਰਸ ਦੇ ਬਲਾਕ ਪ੍ਰਧਾਨ ਬੋਲਦੇ ਆ, ਸਿੱਧੂ ਨੂੰ ਚੁੱਪ ਕਰਾਓ। ਪਹਿਲਾਂ ਸਿੱਧੂ ਨੂੰ ਬੋਲਣ ਲਾਉਣ ਲਈ ਸਾਰਾ ਜ਼ੋਰ ਲੱਗਿਆ ਰਿਹਾ, ਉਹ 2 ਸਾਲ ਚੁੱਪ ਰਹੇ। ਹੁਣ ਕਹਿੰਦੇ ਉਹਨੂੰ ਚੁੱਪ ਕਰਾਓ ਭਾਈ। ਤੇ ਇਹ ਲੜਾਈ ਨੂੰ ਦਿਲਚਸਪ ਦੌਰ ਦੇ ਵਿੱਚ ਕਿਵੇਂ ਪਰਿਭਾਸ਼ਿਤ ਕਰੋਗੇ? ਬਿਲਕੁਲ, ਦੇਖੋ ਕਹਿੰਦੇ ਹੁੰਦੇ ਆ ਕਿ ਆਮ ਤੌਰ ਤੇ ਕਹਿੰਦਾ ਜਿਸਕਾ ਕਾਮ ਉਸੀ ਕੋ ਸਾਜੇ, ਇਹ ਆਮ ਤੌਰ ਤੇ ਕਿਹਾ ਜਾਂਦਾ। ਹੁਣ ਗੱਲ ਆ ਕਿ ਸਿੱਧੂ ਹੁਣਾਂ ਨੂੰ ਸੰਗਠਨ ਦੀ ਜ਼ਿੰਮੇਵਾਰੀ ਦਿੱਤੀ ਹੈ। ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੋ ਤੇ ਸੰਗਠਨ ਨੂੰ ਮਜ਼ਬੂਤ ਕਰੋ ਤਾਂ ਕਿ ਚੋਣਾਂ ਆਪਾਂ ਮਜ਼ਬੂਤੀ ਨਾਲ ਲੜੀਏ, ਪਾਰਟੀ ਨੂੰ ਦੁਬਾਰਾ ਸੱਤਾ 'ਚ ਲੈ ਕੇ ਆਈਏ। ਚਰਨਜੀਤ ਸਿੰਘ ਚੰਨੀ ਹੁਣਾਂ ਨੂੰ, ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਲਾ ਕੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਕਿ ਤੁਹਾਡੇ ਕੋਲ ਆਹ ਐਗਜ਼ੈਕਟਿਵ ਪਾਵਰਸ ਆ, ਤੁਹਾਨੂੰ ਸਰਕਾਰ ਚਲਾਉਣ ਦਾ ਇਹ ਅਸੀਂ ਇੱਕ ਤਰ੍ਹਾਂ ਦਾ ਮੌਕਾ ਦਿੰਨੇ ਆ। ਲੋਕਾਂ ਲਈ ਕੋਈ ਭਲਾਈ ਦੇ, ਕੋਈ ਵੈਲਫੇਅਰ ਦੇ ਫੈਸਲੇ ਲਓ, ਉਹਨਾਂ ਦੀ ਭਲਾਈ ਕਰੋ। ਹੁਣ ਕੀ ਹੋ ਰਿਹਾ? ਏਦਾਂ ਲੱਗਦਾ ਦੋਨੇ ਇੱਕ ਦੂਸਰੇ ਦਾ ਕੰਮ ਕਰਨ ਲੱਗ ਗਏ ਆ।
ਸਿੱਧੂ ਆ ਜਿਹੜੇ ਉਹ ਸਰਕਾਰ ਵੱਲ ਜ਼ਿਆਦਾ ਧਿਆਨ ਦੇ ਕੇ ਉਹਨਾਂ ਤੇ ਹਮਲੇ ਕਰਦੇ ਆ, ਤੇ ਹੁਣ ਚਰਨਜੀਤ ਸਿੰਘ ਚੰਨੀ ਹੋਣਾ ਨੇ ਸੰਗਠਨ ਦੇ ਕੰਮ ਲੱਗਦਾ ਸ਼ੁਰੂ ਕਰਤੇ ਆ ਕਿ ਮੈਂ ਕਿਉਂ ਪਿੱਛੇ ਰਵਾਂ। ਜੀ ਬਿਲਕੁਲ ਤੁਸੀਂ ਬਖੂਬੀ ਗੱਲ ਕੀਤੀ ਆ। ਇਹ ਬਲਾਕ ਪ੍ਰਧਾਨਾਂ ਦੀ ਜਿਹੜੀ ਮੀਟਿੰਗ ਸੀਗੀ, ਇਹ ਪਹਿਲਾਂ ਤਾਂ ਸੋਮਵਾਰ ਨੂੰ ਹੋਈ, ਪਹਿਲਾਂ ਮਾਲਵੇ ਵਾਲੇ ਆਏ, ਇਹ ਚਰਨਜੀਤ ਸਿੰਘ ਚੰਨੀ ਹੋਣਾ ਦੇ ਘਰ ਹੋਈ। ਬਹੁਤ ਜਿਹੜੀ ਜ਼ਰੂਰੀ ਗੱਲ ਉਹ ਇਸ ਚ ਇਹ ਆ ਕਿ ਜਿਹੜੇ ਹਰੀਸ਼ ਚੌਧਰੀ ਨੇ ਉਹ ਵੀ ਇਹਨਾਂ ਬੈਠਕਾਂ ਦੇ ਵਿੱਚ ਮੌਜੂਦ ਰਹੇ, ਉਹ ਵੀ ਨਾਲ ਸੀ। ਉਸ ਤੋਂ ਬਾਅਦ ਮਾਝੇ ਤੇ ਜਿਹੜੇ ਦੁਆਬੇ ਵਾਲਿਆਂ ਨੂੰ ਵੀ ਬੁਲਾਇਆ ਗਿਆ। ਤੇ ਇੱਕ ਗੱਲ ਜਿਹੜੀ ਤੁਸੀਂ ਪਹਿਲਾਂ ਹੀ ਦੱਸਦੀ ਆ ਕਿ ਉਹਨਾਂ ਨੇ ਇੱਕ ਗੱਲ ਕਹੀ ਸਾਰੇ ਬਲਾਕ ਪ੍ਰਧਾਨਾਂ ਨੇ ਕਿ ਭਾਈ ਤੁਸੀਂ ਸਿੱਧੂ ਨੂੰ ਪਹਿਲਾਂ ਚੁੱਪ ਕਰਾਓ। ਖਾਸ ਤੌਰ ਤੇ ਬਾਘੇ ਪੁਰਾਣੇ ਚ ਜਦੋਂ ਬੋਲ ਕੇ ਆਏ ਆ ਕਿ ਜੇ STF ਦੀ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਜੇ ਨਹੀਂ ਤੁਸੀਂ ਜਨਤਕ ਕਰਦੇ ਤੇ ਮੈਂ ਤਾਂ ਮਰਨ ਵਰਤ ਰੱਖ ਲੂੰਗਾ। ਇੱਥੋਂ ਤੱਕ ਹਰ ਵਾਰੀ ਅਸਤੀਫੇ ਦੇਣ ਦੀ ਗੱਲ, ਹਰ ਵਾਰੀ ਮਰਨ ਵਰਤ ਦੀ ਗੱਲ। ਉਹ ਕਹਿੰਦੇ ਗੱਲ ਤੇ ਅਸਤੀਫੇ ਜਾਂ ਮਰਨ ਵਰਤ ਦੀਆਂ ਗੱਲਾਂ ਨਹੀਂ ਕਰਨੀਆਂ ਹੁੰਦੀਆਂ, ਪਾਰਟੀ ਨੂੰ ਜਿਤਾਉਣਾ ਹੁੰਦਾ। ਪਾਰਟੀ ਨੂੰ ਠੀਕ ਆ, ਇੱਕ ਪਾਸੇ ਤੁਸੀਂ ਠੀਕ ਹੋ ਕਿ ਲੀਹ ਤੇ ਰੱਖਣਾ, ਲੇਕਿਨ ਹਰ ਵਾਰੀ ਅਲਟੀਮੇਟਮ ਦੇ ਦੇਣੇ, ਹਰ ਵਾਰੀ ਧਮਕੀਆਂ ਦੇ ਦੇਣੀਆਂ, ਇਹ ਕਿੱਥੋਂ ਦੀ ਤੁਹਾਡੀ ਪ੍ਰਧਾਨਗੀ ਆ। ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਲੁਧਿਆਣੇ ਦੇ ਵਿੱਚ ਇਹਨਾਂ ਬਲਾਕ ਪ੍ਰਧਾਨਾਂ ਦੀ ਮੀਟਿੰਗ ਸੱਦ ਲੈਂਦੇ ਆ, ਟਵੀਟ ਕਰਦੇ ਆ, ਬੜੇ ਇੱਜ਼ਤ ਤੇ ਸਨਮਾਨ ਉਹਨਾਂ ਦੇ ਟਵੀਟਸ ਦੇ ਵਿੱਚ ਮੈਨੂੰ ਕੱਲ ਵੇਖਣ ਨੂੰ ਮਿਲਿਆ। ਕਿਉਂਕਿ ਉਹਨਾਂ ਤੇ ਕਈ ਵਾਰੀ ਤੁਹਮਤਾਂ ਲੱਗਦੀਆਂ ਨੇ ਕਿ ਉਹ ਜਦੋਂ ਗੱਲ ਕਰਦੇ ਆ ਤੇ ਬੜੇ ਤੂੰ ਤੜਾਕ ਨਾਲ ਗੱਲ ਕਰਦੇ ਆ, ਤੇ ਕਈ ਵਾਰੀ ਜਿਹੜਾ ਬਣਦਾ ਸਨਮਾਨ ਆ, ਕਿਸੇ ਨੂੰ ਬਣਦੀ ਇੱਜ਼ਤ ਆ, ਸ਼ਾਇਦ ਉਹ ਵੀ ਪ੍ਰਦਾਨ ਨਹੀਂ ਕਰਦੇ। ਲੇਕਿਨ ਹੁਣ ਉਹ ਚੀਜ਼ ਨਜ਼ਰ ਆਉਣ ਲੱਗੀ। ਸੋ ਕਹਿਣ ਦਾ ਮਤਲਬ ਆ ਕਿ ਸਾਰਾ ਕੁਝ ਕਾਂਗਰਸ ਦੇ ਸੰਗਠਨ ਦੇ ਵਿੱਚ ਠੀਕ ਨਹੀਂ ਆ, ਇਹ ਸਾਨੂੰ ਸਾਰਿਆਂ ਨੂੰ ਪਤਾ। ਲੇਕਿਨ ਉਹ ਚੀਜ਼ਾਂ ਹੁਣ ਖੁੱਲ ਕੇ ਬਾਹਰ ਆਉਣ ਲੱਗ ਪਈਆਂ, ਬੈਠਕਾਂ 'ਚ ਦਿਸਣ ਲੱਗ ਪਈਆਂ, ਤੇ ਕਾਂਗਰਸ ਦੇ ਬਲਾਕ ਪ੍ਰੈਜ਼ੀਡੈਂਟ ਤੱਕ ਜਿਹੜੇ ਆ ਉਹ ਕਹਿਣ ਲੱਗ ਪਏ ਵੀ ਭਾਈ ਇਹਨੂੰ ਚੁੱਪ ਕਰਾ ਲਓ ਜੇ ਤੁਸੀਂ ਪਾਰਟੀ ਨੂੰ ਦੁਬਾਰਾ ਸੱਤਾ 'ਚ ਲੈ ਕੇ ਆਉਣਾ ਜੀ। ਪਰ ਮਨਪ੍ਰੀਤ ਜੀ, ਇਹ ਹੁਣ ਇਹ ਵੀ ਬਹੁਤ ਦੇਖਣ ਵਾਲੀ ਗੱਲ ਹੋਊਗੀ ਜੇ ਇਹਨੂੰ ਤੁਸੀਂ ਰਾਜਨੀਤਿਕ ਚਸ਼ਮੇ ਨਾਲ ਵੇਖੋਗੇ ਕਿ ਅਧਿਕਾਰਤ ਤੌਰ ਤੇ ਤਾਂ ਉਹਨੂੰ ਹੀ ਪਾਵਰਫੁਲ ਮੰਨਿਆ ਜਾਊਗਾ ਜਿਹਦੇ ਕੋਲ ਪਾਵਰ ਆ ਜਾਂ ਜਿਹਦੇ ਕੋਲ ਪਾਰਟੀ ਹਾਈ ਕਮਾਂਡ ਦਾ ਨੁਮਾਇੰਦਾ ਬੈਠਾ। ਸੋ ਸਿੱਧੂ ਦੇ ਮੁਕਾਬਲੇ ਇਸ ਵੇਲੇ ਕਾਂਗਰਸ ਦੇ ਪਲੇਟਫਾਰਮ ਤੋਂ ਚਰਨਜੀਤ ਸਿੰਘ ਚੰਨੀ ਬਤੌਰ ਮੁੱਖ ਮੰਤਰੀ ਤੇ ਪਾਰਟੀ ਦੇ ਕੰਮਕਾਜ ਕਰਦੇ ਆ, ਜ਼ਿਆਦਾ ਅਧਿਕਾਰਤ ਲੱਗਦੇ ਆ। ਜਦੋਂ ਕਿ ਸਿੱਧੂ ਦੇ ਕੋਲ ਵੀ ਆਸ਼ੂ ਤੇ 2-4 ਲੋਕ ਮੇਅਰ ਜਾਂ ਕੁਝ ਹੋਰ ਵੀ ਬੈਠੇ ਸੀ। ਪਰ ਗੱਲ ਲੜਾਈ ਜਿਹੜੀ ਆ ਹੁਣ ਕਾਫੀ ਅੱਗੇ ਵੱਧ ਗਈ ਹੈ। ਸ਼ਾਇਦ ਹੁਣ ਨਿਪਟਾਰਾ ਹੋਣ ਲੱਗ ਗਿਆ ਕਿ ਅਗਲੇ ਸਮੇਂ ਦੇ ਵਿੱਚ ਚਿਹਰਾ ਕਿਵੇਂ ਪੇਸ਼ ਕੀਤਾ ਜਾਣਾ। ਹਾਂ, ਕਾਂਗਰਸ ਪਾਰਟੀ ਸ਼ਾਇਦ ਇਸ ਵਾਰੀ ਚਿਹਰਾ ਪੇਸ਼ ਨਾ ਕਰੇ, ਜਿਵੇਂ ਪਿਛਲੀ ਵਾਰ ਨਹੀਂ ਸੀ ਕੀਤਾ। ਚਿਹਰਾ ਪੇਸ਼ ਨਾ ਕਰਕੇ ਔਰ ਦਿਖਾਵਾ ਕਰਕੇ ਅੱਗੇ ਵੱਧ ਜੇ। ਔਰ ਇਹ ਦਿਖਾਵਾ ਤਾਂ ਸਾਫ਼ ਹੀ ਦਿਸਦਾ ਕਿ ਸਿੱਧੂ ਮੁਕਾਬਲਤਨ ਚੰਨੀ ਦੇ ਥੋੜਾ ਪਛੜ ਰਹੇ ਆ, ਤੇ ਇਹ ਪਛੜੇਵਾਂ ਉਹ ਬਰਦਾਸ਼ਤ ਕਰ ਪਾਉਣਗੇ ਕਿ ਨਹੀਂ, ਕਿਉਂਕਿ ਸਿੱਧੂ ਦਾ ਸੁਭਾਅ ਬਰਦਾਸ਼ਤ ਕਰਨਾ ਨਹੀਂ, ਰਿਵੋਲਟ ਕਰਨਾ ਹੈ। ਤੇ ਉਹ ਰਿਵੋਲਟ ਕਦੋਂ ਕਰਦੇ ਆ, ਇਸ ਉਡੀਕ ਦੇ ਵਿੱਚ ਨੇ ਸਾਰੇ। ਕਈ ਵਾਰੀ ਅਖੜਨ ਲੱਗ ਜਾਂਦਾ ਕਿ ਨਹੀਂ ਯਾਰ, ਅਗਲਾ ਬੰਦਾ ਤਾਂ ਮਜ਼ੇ ਨਾਲ ਪ੍ਰਧਾਨ ਆ, ਤੁਸੀਂ ਐਵੇਂ ਕਹੀ ਜਾਂਦੇ ਹੋ। ਉਹ ਪ੍ਰਧਾਨਗੀ ਵੀ ਤਾਂ ਡੰਮੀ ਹੁੰਦੀ ਆ। ਜਾਖੜ ਸਾਹਿਬ ਨੂੰ ਕੈਪਟਨ ਸਾਹਿਬ ਨੇ ਅੰਦਰ ਨਹੀਂ ਸੀ ਵੜਨ ਦਿੱਤਾ ਤੇ ਬਾਅਦ ਦੇ ਵਿੱਚ ਲਾ ਕੇ ਪਾਸੇ ਮਾਰਿਆ। ਇੱਥੇ ਕੌਣ ਪੁੱਛਦਾ ਕਿਸੇ ਨੂੰ, ਤੇ ਕੈਪਟਨ ਸਾਹਿਬ ਕਿਹੜੇ ਬੈਠੇ ਰਹੇ, ਉਹਨਾਂ ਨੂੰ ਵੀ ਮਿੰਟ ਚ ਲਾਤਾ। ਪਰ ਮੈਨੂੰ ਹੁਣ ਇਹ ਜ਼ਰੂਰ ਦੱਸੋ ਕਿ ਸੰਯੁਕਤ ਕਿਸਾਨ ਮੋਰਚਾ, ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ, ਦਿੱਲੀ ਦਾ ਸੱਦਾ, 5 ਨਾਮ ਮੰਗੇ ਜਾਣੇ, ਉਹਨਾਂ 5 ਨਾਵਾਂ ਤੇ 4 ਨੂੰ ਫੈਸਲਾ ਕੀਤਾ ਜਾਣਾ, ਇਹ ਸਾਰੀਆਂ ਚੀਜ਼ਾਂ ਕਿਸ ਦਿਸ਼ਾ ਦੀ ਸੋਚਕ ਆ? ਕੀ ਪਰਦੇ ਪਿੱਛੇ ਇੱਕ ਗੱਲਬਾਤ ਆਲਰੇਡੀ ਚੱਲ ਰਹੀ ਹੈ? ਜਿਹੜੀ ਰਸਮੀ ਗੱਲਬਾਤ ਆ ਉਹ ਤਾਂ ਦਿਖਾਵੇ ਵਾਲੀ ਹੋਊਗੀ, ਉਹ ਤਾਂ ਰਸਮ ਚੋਂ ਨਿਕਲੂਗੀ, ਮੀਟਿੰਗਾਂ ਤੋਂ ਬਾਅਦ ਬਾਹਰ ਆਊਗੀ ਕਿ ਕੁਝ ਵੱਡੇ ਲੋਕ ਅੰਦਰ ਸਰਕਾਰ ਨਾਲ ਗੱਲ ਕਰ ਰਹੇ ਆ? ਕਿਉਂਕਿ ਸਾਰੀਆਂ ਚੀਜ਼ਾਂ ਬੜੀਆਂ ਸਮੂਥ ਲੱਗ ਰਹੀਆਂ, ਦੋਨੇ ਧਿਰਾਂ ਬਹੁਤ ਪੋਜ਼ਿਟਿਵ ਨੇ, ਦੋਵੇਂ ਧਿਰਾਂ ਬੜੀਆਂ ਸਕਾਰਾਤਮਕ ਨਜ਼ਰੀਏ ਨਾਲ ਅੱਗੇ ਵੱਧ ਰਹੀਆਂ। ਕੀ ਲੱਗਦਾ ਹੈ ਤੁਹਾਨੂੰ ਕਿ ਹੁਣ ਇਹ ਗੱਲ ਲਗਭਗ ਖਤਮ ਹੋਣ ਤੇ ਆ? ਇੱਕ ਬਾਰ-ਬਾਰ ਜਿਹੜੀ ਖਬਰ 4 ਚੁਫੇਰਿਓਂ ਆ ਰਹੀ ਹੈ ਕਿ ਬਹੁਤੇ ਲੋਕਾਂ ਨੇ ਉੱਥੋਂ ਕੂਚ ਕਰ ਲਿਆ, ਚਾਲੇ ਪਾਲੇ, ਸਮਾਨ ਬੰਨ ਲਿਆ, ਜਸ਼ਨ ਕਰ ਰਹੇ ਆ, ਵਾਪਸ ਆ ਕੇ ਪਰਿਵਾਰਾਂ 'ਚ ਬਹਿਣਾ ਚਾਹੁੰਦੇ ਆ। ਕੁਝ ਲੋਕਾਂ ਨੇ ਗੱਲਬਾਤ ਦੇ ਵਿੱਚ ਇਹ ਵੀ ਕਿਹਾ ਲੋੜ ਪਈ ਫੇਰ ਆ ਜਾਾਂਗੇ, ਇੱਕ ਵਾਰੀ ਜਿੱਤ ਮਨਾ ਲੈਣੀ ਚਾਹੀਦੀ ਹੈ। ਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ। ਅੱਜ ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਇੱਕ ਬੈਠਕ ਰੱਖੀ ਹੈ ਅਹਿਮ, ਅੱਜ ਦੇ ਦਿਨ, ਤੇ ਇਸ ਤੋਂ ਬਾਅਦ 4 ਦਸੰਬਰ ਨੂੰ ਵੀ ਉਹਨਾਂ ਨੇ ਇੱਕ ਬੈਠਕ ਬੁਲਾ ਲਈ ਹੈ। 5 ਨਾਵਾਂ ਦਾ ਉਹ ਡਿਸਕਸ਼ਨ ਕਰਨਗੇ, ਆਪਸ ਦੇ ਵਿੱਚ ਫੈਸਲਾ ਕਰਨਗੇ, ਕੋਈ ਕੰਸੈਂਸਸ, ਆਮ ਸਹਿਮਤੀ ਬਣਾ ਕੇ ਉਸ ਕਮੇਟੀ ਵੱਲ ਉਹਨਾਂ ਨੂੰ ਵਧਾਉਣਗੇ। ਵੈਸੇ ਮੈਂ ਤੁਹਾਨੂੰ ਰੰਧਾਵਾ ਜੀ ਯਾਦ ਕਰਾਵਾਂ, ਜਦੋਂ ਸ਼ੁਰੂ ਦੇ ਵਿੱਚ ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨਾਲ ਗੱਲਬਾਤ ਸ਼ੁਰੂ ਕੀਤੀ ਹੈ, ਪਹਿਲੇ ਦੌਰ ਤੋਂ ਹੀ ਹਜੇ, ਤੇ ਦਸੰਬਰ ਦੇ ਵਿੱਚ ਉਦੋਂ ਗੱਲਬਾਤ ਸ਼ੁਰੂ ਹੋਈ ਸੀ। ਉਸ ਟਾਈਮ ਵੀ 5 ਨਾਮ ਮੰਗੇ ਸੀ, ਤੇ ਉਦੋਂ ਕਿਸਾਨ ਜਥੇਬੰਦੀਆਂ ਕਹਿੰਦੇ ਸੀ ਇਸ ਤਾਂ ਸਾਰੇ ਆਵਾਂਗੇ। ਫਿਰ 32 ਕਿਸਾਨ ਜਥੇਬੰਦੀਆਂ ਦੇ ਆਗੂ ਪੰਜਾਬ ਤੋਂ ਤੇ 10 ਹੋਰ 42 ਜਥੇਬੰਦੀਆਂ
ਲਗਾਤਾਰ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਦੀਆਂ ਰਹੀਆਂ। ਇੱਕ ਗੱਲ ਹੋਰ ਆ, ਉਹ ਸੂਚਨਾ ਇਹ ਆ ਕਿ ਕੇਂਦਰ ਸਰਕਾਰ ਨੇ ਇਹ ਵੀ ਮਨ ਬਣਾ ਲਿਆ ਕਿ ਜਿਹੜਾ ਉਹਨਾਂ ਦਾ ਗ੍ਰਹਿ ਵਿਭਾਗ ਆ, ਗ੍ਰਹਿ ਮੰਤਰੀ ਜੀ। ਨੇ ਅਮਿਤ ਸ਼ਾਹ, ਉਹ ਸਾਰੇ ਸੂਬਿਆਂ ਨੂੰ ਗੱਲ ਕਰਕੇ ਇਹ ਕਹਿਣ ਵੀ ਜਿਹੜੇ ਕੇਸ ਇਹਨਾਂ ਤੇ ਦਰਜ ਕੀਤੇ ਆ ਕਿਸਾਨਾਂ ਤੇ ਇਸ ਸੰਘਰਸ਼ ਦੌਰਾਨ, ਉਹ ਵਾਪਸ ਲਏ ਜਾਣ। ਵੈਸੇ ਮੈਂ ਤੁਹਾਨੂੰ ਇਹ ਵੀ ਦੱਸਦਾ, ਮਨੋਹਰ ਲਾਲ ਖੱਟਰ ਜਿਹੜੇ ਮੁੱਖ ਮੰਤਰੀ ਨੇ ਹਰਿਆਣੇ ਦੇ, ਉਹਨਾਂ ਦੀ ਵੀ ਅੱਜ ਬੈਠਕ ਆ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਨਾਲ। ਸੋ ਮੈਨੂੰ ਲੱਗਦਾ ਇਹ ਜਿਹੜੀਆਂ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਸਾਰੀਆਂ ਕਵਾਇਦਾਂ ਇਸੇ ਗੱਲ ਵੱਲ ਹੋ ਰਹੀਆਂ ਕਿ ਬੜੇ, ਜੇ ਆਪਾਂ ਖੇਤੀ ਕਾਨੂੰਨ ਹੀ ਵਾਪਸ ਲੈ ਲਏ ਤੇ ਜਿਹੜੇ ਹੋਰ ਛੋਟੇ-ਛੋਟੇ ਮਸਲੇ ਆ ਉਹਨਾਂ ਨੂੰ ਵੀ ਛੇਤੀ ਆਪਾਂ ਨਿਪਟਾ ਲਈਏ। ਇੱਕ ਗੱਲ ਇੱਥੇ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਭਾਰਤੀ ਜਨਤਾ ਪਾਰਟੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਨੁਕਸਾਨ ਕਿਸਾਨੀ ਕਰਕੇ ਨਹੀਂ ਚਾਹੁੰਦੀ। ਉਹ ਕਹਿੰਦੇ ਆ ਕਿ ਜਿੰਨਾ ਕਿਸਾਨੀ ਦਾ ਸੰਘਰਸ਼ ਹੋਣ ਕਰਕੇ ਉਹਨਾਂ ਨੂੰ ਸਿਆਸੀ ਨੁਕਸਾਨ ਹੋ ਚੁੱਕਾ, ਉਸ ਨੂੰ ਅਸੀਂ ਅੱਗੇ ਨਹੀਂ ਵਧਣ ਦੇਣਾ, ਬਲਕਿ ਆਉਣ ਵਾਲੇ ਦਿਨਾਂ 'ਚ ਅਸੀਂ ਉਹਨੂੰ ਕਵਰ ਕਰਨਾ। ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਜ਼ੋਰ ਲੱਗਾ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਉੱਥੇ ਫੇਰੀਆਂ ਕਰ ਰਹੇ ਆ, ਉੱਥੇ ਭਾਸ਼ਣ ਦੇ ਰਹੇ ਆ, ਉੱਥੋਂ ਦੇ ਜਾ ਕੇ 에ਅਰਪੋਰਟਸ ਦਾ ਉਦਘਾਟਨ ਕਰ ਰਹੇ ਆ। ਇਹ ਸਾਰੀ ਕਵਾਇਦ ਕਿਤੇ ਕਿਸਾਨੀ ਸੰਘਰਸ਼ ਕਰਕੇ, ਜੇ ਹਜੇ ਵੀ ਕਿਸਾਨ ਨਾਰਾਜ਼ ਰਹਿ ਗਏ ਜਾਂ ਇੱਥੋਂ ਦੁਖੀ ਹੋ ਕੇ ਜਾਂਦੇ ਨਾ ਗੁੱਸੇ ਹੋ ਕੇ ਜਾਂਦੇ ਆ, ਤੇ ਫਿਰ ਭਾਰਤੀ ਜਨਤਾ ਪਾਰਟੀ ਨੂੰ ਇਸ ਗੱਲ ਦਾ ਨੁਕਸਾਨ ਆ। ਸੋ ਗੱਲ ਇਹੀ ਆ ਕਿ ਨੁਮਾਇੰਦੇ ਦੋ ਆਓ ਬੈਠ ਕੇ ਗੱਲਬਾਤ ਕਰੀਏ। ਔਰ ਦੇਖੋ, ਸੈਸ਼ਨ ਦੇ ਪਹਿਲੇ ਦਿਨ ਹੀ ਕਾਨੂੰਨਾਂ ਦਾ ਵਾਪਸ ਹੋਣਾ, ਤੇ ਹਜੇ ਤਾਂ 23 ਦਸੰਬਰ ਤੱਕ ਇਹ ਸੈਸ਼ਨ ਪਿਆ। ਕਈ ਤਰ੍ਹਾਂ ਦੇ ਫੈਸਲੇ ਲਏ ਜਾ ਸਕਦੇ ਨੇ ਤਾਂ ਕਿ ਇਹ ਜਿਤਾਇਆ ਜਾ ਸਕੇ ਕਿ ਅਸੀਂ ਤੁਹਾਡੇ ਹਮਾਇਤੀ ਤੇ ਹਿਤੈਸ਼ੀ ਆ, ਅਸੀਂ ਤੁਹਾਡੇ ਵਿਰੋਧੀ ਨਹੀਂ ਆ। ਸੋ ਯੂਪੀ ਦੇ ਇਲੈਕਸ਼ਨ ਦੇਖੋ, 5 ਰਾਜਾਂ ਦੇ ਵਿੱਚ ਰੰਧਾਵਾ ਜੀ ਜਿਹੜੀਆਂ ਚੋਣਾਂ ਹੋ ਰਹੀਆਂ ਨੇ, 690 ਸੀਟਾਂ ਤੇ ਚੋਣਾਂ ਹੋਣੀਆਂ 5 ਰਾਜਾਂ ਦੇ ਵਿੱਚ, 403 ਤਾਂ ਕੱਲੀਆਂ ਯੂਪੀ ਦੇ ਵਿੱਚ ਆ। ਔਰ ਯੂਪੀ ਦੇ ਵਿੱਚ ਜਿਹੜੇ ਸਰਵੇ ਆ ਰਹੇ ਆ, ਉੱਥੇ ਬੀਜੇਪੀ ਦੀ ਹਾਲਤ ਇਹਨਾਂ ਦਿਨਾਂ ਦੇ ਦੌਰਾਨ ਕੋਈ ਜ਼ਿਆਦਾ ਵਧੀਆ ਨਹੀਂ ਹੈ, ਬਲਕਿ ਪਤਲੀ ਹਾਲਤ ਮੈਂ ਕਹੂੰਗਾ। ਪਿਛਲੀ ਵਾਰੀ ਜਿਹੜੀ ਪਾਰਟੀ ਉੱਥੇ 325 ਸੀਟਾਂ ਤੋਂ ਵੱਧ ਲੈ ਕੇ ਗਈ ਸੀ, ਜੇ ਅੱਜ ਉਹਦੀ ਸਰਕਾਰ ਬਣਦੀ ਨਹੀਂ ਦਿਸਦੀ ਤੇ ਇਸ ਦਾ ਅਸਰ ਸੰਨ 2024 ਦੀਆਂ ਲੋਕ ਸਭਾ ਚੋਣਾਂ ਤੇ ਪਏਗਾ, ਤੇ ਫਿਰ ਬੀਜੇਪੀ ਲਈ ਇਹ ਬਹੁਤ ਚਿੰਤਾ ਦਾ ਵਿਸ਼ਾ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਪੂਰੇ ਅੱਗੇ 2024 ਤੱਕ ਵੀ ਵੇਖਦੇ ਹੋਏ, ਉਹ ਕਿਸਾਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਹੁਣ ਵਿਰੋਧ ਅੱਗੇ ਉਹਨਾਂ ਨੂੰ ਬਰਦਾਸ਼ਤ ਨਹੀਂ ਆ ਤੇ ਨਾ ਹੀ ਉਹਨਾਂ ਨੂੰ ਮਨਜ਼ੂਰ ਆ। ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਦੇ ਫੈਸਲੇ ਹੁਣ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਹੋਣ ਵਾਲੇ ਆ, ਤੇ ਕਿਸਾਨ ਖੁਸ਼ੀ-ਖੁਸ਼ੀ ਘਰ ਪਰਤਣ ਵਾਲੇ ਆ। ਮਰਦੀ ਕੀ ਨਾ ਕਰਦੀ, ਇਹ ਆਮ ਕਹਾਵਤ ਹੁੰਦੀ ਹੈ, ਗੱਲ ਕਹਿਣੀ ਬਣਦੀ ਹੈ। ਲੇਕਿਨ ਜੇਕਰ ਤੁਸੀਂ ਪੰਜਾਬ ਦੀ ਸਿੱਖਿਆ ਮੰਤਰੀ ਔਰ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ, ਉਹਨਾਂ ਦਾ ਨਜ਼ਰੀਆ ਦੇਖੋਗੇ, ਇੱਕ ਪੰਗਾ ਜਿਹਾ ਪੈ ਗਿਆ। ਐਵੇਂ ਹੀ ਸਰਦਾਰ ਪ੍ਰਗਟ ਸਿੰਘ ਨੇ ਖਿਡਾਰੀ ਵਾਂਗ ਗੱਲ ਕਰਤੀ, ਹਾਕੀ ਕੱਢ ਲਈ ਬਾਹਰ, ਵੇਖ ਲੈਨੇ ਤੁਹਾਨੂੰ, ਤੇ ਅਗਲੇ ਸਾਹਮਣੇ ਆ ਕੇ ਖਲੋ ਗਏ। ਬਹੁਤੀ ਵਾਰੀ ਤੇ ਇੰਜ ਹੁੰਦਾ ਵੀ ਇੱਕ ਮਾਰਦਾ ਦਬਕਾ ਤੇ ਦੂਜਾ ਕਹਿੰਦਾ ਛੱਡੋ ਸਿਆਸਤ, ਕਾਹਤੋਂ ਵਿੱਚ ਆਉਣਾ। ਤੇ ਮਨੀਸ਼ ਸਿਸੋਦੀਆ ਨੇ ਸਕੂਲਾਂ ਦੀ ਲਿਸਟ ਜਾਰੀ ਕਰਤੀ। ਹੁਣ ਉਹ ਰੋਜ਼ ਬੜਕਾ ਮਾਰਦੇ ਆ, ਪੱਟਾਂ ਤੇ ਥਾਪੀਆਂ ਮਾਰਦੇ, ਨਿਕਲੋ ਬਾਹਰ। ਇੱਧਰ ਵਾਲੇ ਕਹਿੰਦੇ ਆ, ਲੈ ਤੁਹਾਡੇ ਨਾਲ ਕਾਹਦਾ ਲੜਨਾ, ਤੁਹਾਡੇ ਨਾਲ ਸਾਡਾ ਮੁਕਾਬਲਾ ਹੀ ਕੋਈ ਨਹੀਂ, ਤੁਸੀਂ ਤਾਂ ਹੈ ਹੀ ਬੜੇ ਛੋਟੇ ਹੋ, ਮਿਊਨਿਸਪਲ ਕਾਰਪੋਰੇਸ਼ਨ ਵਰਗੀ ਸਰਕਾਰ ਚਲਾਉਂਦੇ ਹੋ, ਅਸੀਂ ਪੂਰਾ ਸੂਬਾ ਹੈ, ਜੁਝਾਰੂ ਲੋਕ ਆ, ਐਵੇਂ ਤੁਹਾਡੇ ਨਾਲ ਵੱਡਿਆਂ ਨਾਲ ਲੜਾਂਗੇ, ਅਸੀਂ ਮੋਦੀ ਨਾਲ ਲੜਾਂਗੇ, ਤੁਹਾਡੇ ਨਾਲ ਨਹੀਂ ਲੜਦੇ। ਪਰ ਇਹ ਸਾਰੇ ਦੌਰਾਨ ਇੱਕ ਕਿਰਕਰੀ ਜੀ ਹੋਈ ਹੈ ਪੰਜਾਬ ਦੇ ਵਿਦਿਅਕ ਢਾਂਚੇ ਤੇ। ਪ੍ਰਗਟ ਸਿੰਘ ਦਾ ਕੋਈ ਬਹੁਤ ਵੱਡਾ ਇਸ ਵੇਲੇ ਰੋਲ ਨਹੀਂ ਆਪਾਂ ਵੇਖ ਸਕਦੇ, ਕਿਉਂਕਿ ਉਹਨਾਂ ਨੂੰ ਜੁਮਾ ਮਹੀਨਾ ਖੰਡ ਹੀ ਹੋਇਆ ਬਣਿਆ ਨੂੰ। ਪੰਜਾਬ ਦਾ ਜਿਹੜਾ ਸਕੂਲੀ ਤੰਤਰ ਆ ਸਰਕਾਰੀ, ਉਹ ਬਹੁਤ ਤਹਿਸ ਨਹਿਸ ਹੋਇਆ। ਇੱਕ ਵਿਸ਼ਵਾਸ ਬਹਾਲੀ ਅਜੇ ਬਾਕੀ ਆ। ਪੰਜਾਬ ਦੇ ਵਿੱਚ ਸਰਦੇ ਪੁੱਜਦੇ ਲੋਕ ਸਰਕਾਰੀ ਸਕੂਲਾਂ 'ਚ ਬੱਚੇ ਨਹੀਂ ਪੜ੍ਹਾਉਂਦੇ, ਇਹ ਸੱਚਾਈ ਹੈ। ਪੰਜਾਬ ਦੇ ਸਰਕਾਰੀ ਸਕੂਲਾਂ 'ਚ ਦਿਖਾਵਾ ਜ਼ਿਆਦਾ ਹੈ। ਜਿਹੜੇ ਨਤੀਜਿਆਂ ਦੀ ਗੱਲ ਆ, ਸਿਰਫ ਜੇ 10ਵੀਂ 12ਵੀਂ ਦੇ ਨਤੀਜੇ ਵੇਖਣੇ ਹੋਣ, ਗੱਲ ਉਹ ਨਹੀਂ ਗੀ। ਗੱਲ ਤਾਂ ਇਹ ਹੈ ਕਿ ਇੱਥੋਂ ਨਿਕਲ ਕੇ ਤੁਹਾਡੇ ਬੱਚੇ ਕਿਸ ਹੱਦ ਤੱਕ ਅੱਗੇ ਕਾਮਯਾਬ ਹੁੰਦੇ। ਵੈਸੇ ਤਾਂ ਪੰਜਾਬ ਦੀ ਤਰਾਸਦੀ ਹੈ ਮਨਪ੍ਰੀਤ ਜੀ, ਸਾਡੇ ਬਹੁਤੇ ਲੋਕ ਹੁਣ UPSC ਦੇ ਵਿੱਚ ਅੱਗੇ ਨਹੀਂ ਵੱਧਦੇ, ਸਾਡੀ ਗਿਣਤੀ ਬਹੁਤ ਘਟ ਗਈ ਹੈ। ਤੁਸੀਂ ਇਹ ਦੇਖੋਗੇ, ਇਹ ਗਿਣਤੀ ਕਦੇ ਬਹੁਤ ਹੁੰਦੀ ਸੀ, ਔਰ ਅਸੀਂ ਬਹੁਤ ਵੱਡੇ ਉਦਮੀ ਵੀ ਨਹੀਂ ਰਹੇ, ਅਸੀਂ ਬਹੁਤ ਵੱਡੀ ਇੰਡਸਟਰੀ ਵੀ ਨਹੀਂ ਲਾ ਰਹੇ, ਅਸੀਂ ਬਹੁਤ ਵੱਡੇ ਆਰਮੀ 'ਚ ਅਫਸਰ ਵੀ ਨਹੀਂ ਹੈਗੇ। ਹੁਣ ਬਹੁਤ ਸਾਰੀਆਂ ਕਮਜ਼ੋਰੀਆਂ ਤਾਂ ਆਈਆਂ ਕਿਉਂਕਿ ਲੋਕਾਂ ਨੇ ਵਿਚਲੇ ਰਾਹ ਅਖਤਿਆਰ ਕਰ ਲਏ, ਵਿਦੇਸ਼ਾਂ ਨੂੰ ਜਾਣਾ ਸ਼ੁਰੂ ਕਰਤਾ। ਇਹ ਵੱਖਰੇ ਪਹਿਲੂ ਆ। ਪਰ ਜਿਹੜੀ ਪੰਜਾਬ ਦੇ ਸਿੱਖਿਆ ਤੰਤਰ, ਸਰਕਾਰੀ ਸਿੱਖਿਆ ਤੰਤਰ ਦੀ ਦਿੱਲੀ ਦੇ ਨਾਲ ਮੁਕਾਬਲੇਬਾਜ਼ੀ ਤੇ ਲੜਾਈ ਆ, ਜੇ ਇਹਦੇ ਵਿੱਚੋਂ ਕੁਝ ਚੰਗਾ ਨਿਕਲ ਆਵੇ। ਪ੍ਰਗਟ ਸਿੰਘ ਫੈਸਲੇ ਤਾਂ ਕਰ ਰਹੇ ਆ, ਪਰ ਉਹ ਫੈਸਲੇ 2-3 ਮਹੀਨਿਆਂ ਲਈ ਨੇ, ਜਾਂ ਅਗਲੀ ਵਾਰ ਜੇ ਦੁਬਾਰਾ ਸਰਕਾਰ ਪਈ ਹੁੰਦੀ ਹੈ ਤੇ ਉਹਨਾਂ ਨੂੰ ਫਿਰ ਸਿੱਖਿਆ ਮੰਤਰੀ ਬਣਾਇਆ ਜਾਂਦਾ ਕਿ ਨਹੀਂ, ਇਹ ਵੀ ਹੈ। ਅਗਲੀ ਵਾਰ ਕੀ ਹੋਣ ਵਾਲਾ ਕਿਹਨੂੰ ਇਹ ਪਤਾ ਹੀ ਨਹੀਂ ਹੁੰਦਾ। ਸੋ 3 ਮਹੀਨਿਆਂ ਦੇ ਫੈਸਲੇ ਕੋਈ ਵੱਡੇ ਫੈਸਲੇ ਨਹੀਂ ਹੁੰਦੇ। ਹਾਂ, ਕੋਈ ਸੰਵਿਧਾਨਕ ਫੈਸਲੇ ਕਰ ਜਾਣ ਜਿਨ੍ਹਾਂ ਨੂੰ ਬਦਲਣਾ ਔਖਾ ਹੋਵੇ, ਜਿਵੇਂ
ਭਾਸ਼ਾ ਕਮਿਸ਼ਨ ਆ ਪੰਜਾਬੀ ਲਾਗੂ ਕਰਨ ਵਾਲੀ ਆ, ਸਖਤ ਕੁਝ ਉਹ ਪ੍ਰਗਟ ਸਿੰਘ ਕਰ ਸਕਦੇ ਆ। ਸਕੂਲੀ ਸਿਸਟਮ ਨੂੰ ਸੁਧਾਰਨਾ ਏਡਾ ਆਸਾਨ ਨਹੀਂ ਹੁੰਦਾ, ਉਹ ਵੀ ਥੋੜ੍ਹੇ ਚਿਰੇ 'ਚ 10-10 ਸਾਲ ਦੀਆਂ ਸਕੀਮ ਚਾਹੀਦੀਆਂ। ਇਸ ਲੜਾਈ 'ਚੋਂ ਪੰਜਾਬ ਲਈ ਕੁਝ ਨਿਕਲਦਾ ਕਿ ਲੜਾਈ ਸਿਰਫ ਲੜਾਈ ਵਾਂਗ ਹੀ ਵੇਖੀਏ? ਮੈਨੂੰ ਯਾਦ ਆ ਰੰਧਾਵਾ ਜੀ, ਜਦੋਂ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਆਪਸ ਦੇ ਵਿੱਚ ਗੱਲਬਾਤ ਕਰਦੇ ਸੀ, ਟਿੱਪਣੀਆਂ ਕਰਦੇ ਸੀ। ਕੋਈ ਕਹਿੰਦਾ ਸੀ ਮੈਂ ਖੂੰਡਾ ਚਲਾ ਦੂੰ, ਕੋਈ ਕਹਿੰਦਾ ਸੀ ਤੈਨੂੰ ਆ ਲੈਂਦੇ ਮੈਂ ਜੇਲ੍ਹ 'ਚ ਡੱਕ ਦੂੰ। ਮਤਲਬ ਕਿ ਇਹ ਸ਼ਬਦਾਵਲੀ ਸੁਣ ਕੇ ਕਈ ਵਾਰੀ ਮੈਨੂੰ ਲੱਗਦਾ ਸੀ ਕਿ ਜਿਹੜੀ ਸਕੂਲਾਂ ਦੇ ਇਹ ਦਾਅਵੇ ਕਰਦੇ ਆ ਕਿ ਇਹ ਵਾਕਿਆ ਚੰਗੇ ਸਕੂਲਾਂ 'ਚੋਂ ਪੜ੍ਹੇ ਆ, ਤੇ ਸਾਡੇ ਜਿਹੜੇ ਸਟੂਡੈਂਟਸ ਇਹਨਾਂ ਨੂੰ ਸੁਣਦੇ ਆ, ਜਿਹੜੇ ਕੋਈ 10ਵੀਂ 12ਵੀਂ ਦੇ ਜਦੋਂ ਨੌਜਵਾਨ ਉਸ ਹਾਲਾਤਾਂ 'ਚ ਹੁੰਦਾ ਜਿਨ੍ਹਾਂ ਦਾ ਅਸਰ ਹੁੰਦਾ ਇਹਨਾਂ ਲੋਕਾਂ ਦੀ ਟਿੱਪਣੀਆਂ ਤੇ, ਕਿਸ ਤਰ੍ਹਾਂ ਦੀ ਸ਼ਬਦਾਵਲੀ ਅਸੀਂ ਆਪਣੇ ਇਹਨਾਂ ਨਾਇਕਾਂ ਤੋਂ ਸਿੱਖਦੇ ਹਾਂ, ਖਾਸ ਤੌਰ ਤੇ ਸਿਆਸੀ ਨੇਤਾਵਾਂ ਤੋਂ। ਹੁਣ ਜਦੋਂ ਅੱਜ ਇਹ ਬਹਿਸ ਛਿੜੀ ਆ, ਗੱਲ ਹੋਈ ਆ ਪ੍ਰਗਟ ਸਿੰਘ ਤੇ ਮਨੀਸ਼ ਸਿਸੋਦੀਆ, ਜਦੋਂ ਸਕੂਲਾਂ ਦੀ ਗੱਲ ਕਰਦੇ ਆ, ਬਿਲਕੁਲ ਮੈਨੂੰ ਲੱਗਦਾ ਸ਼ਾਇਦ ਇਹਦੇ ਵਿੱਚੋਂ ਕੁਝ ਚੰਗਾ ਵੇਖਣ ਨੂੰ ਵੀ ਮਿਲੇ, ਜਦੋਂ ਦੋਨੇ ਧਿਰਾਂ, ਦੋਨੇ ਐਜੂਕੇਸ਼ਨ ਮੰਤਰੀ, ਇੱਕ ਦਿੱਲੀ ਦੇ ਤੇ ਇੱਕ ਪੰਜਾਬ ਦੇ, ਕਹਿੰਦੇ ਮੇਰੇ ਸਕੂਲ ਤੁਹਾਡੇ ਨਾਲ ਸਕੂਲ ਵਧੀਆ। ਸ਼ੁਕਰ ਆ, ਸਾਨੂੰ ਮਨਾਉਣਾ ਚਾਹੀਦਾ ਕਿ ਸ਼ਾਇਦ ਜਿਹੜਾ ਬਹਿਸ ਆ ਇਸ ਪਾਸੇ ਵੱਲ ਨੂੰ ਆਈ, ਨਹੀਂ ਤਾਂ ਇੱਕ ਦੂਸਰੇ ਤੇ ਦੂਸ਼ਣਬਾਜ਼ੀ ਹੀ ਲੱਗਦੀ ਰਹਿੰਦੀ ਸੀ। ਤੇ ਹੁਣ ਪਤਾ ਲੱਗੂਗਾ ਕਿ ਵਾਕਿਆ ਤੁਸੀਂ 5 ਸਾਲਾਂ 'ਚ ਕੀ ਕੀਤਾ। ਤੁਸੀਂ ਦੇਖੋ ਚੰਡੀਗੜ੍ਹ ਦੇ ਸਰਕਾਰੀ ਸਕੂਲ, ਕਈ ਇਹੋ ਜਿਹੇ ਸਰਕਾਰੀ ਸਕੂਲ ਆ ਜਿਨ੍ਹਾਂ ਦੇ ਵਿੱਚ ਐਡਮਿਸ਼ਨ ਲੈਣੀ, ਅੱਜ ਵੀ ਦਾਖਲੇ ਲੈਣੇ ਬਹੁਤ ਔਖਾ। ਲੋਕੀ ਆਪਣੇ ਆਪ ਨੂੰ ਬੜਾ ਸਨਮਾਨਿਤ ਮਹਿਸੂਸ ਕਰਦੇ ਜੇ ਉਹਨਾਂ ਦੇ ਬੱਚੇ ਉੱਥੇ ਪੜ੍ਹਦੇ ਹੋਣ। ਇਸ ਤਰ੍ਹਾਂ ਦਾ ਸਤਰ, ਇਸ ਤਰ੍ਹਾਂ ਦਾ ਪੱਧਰ ਜੇ ਇਹਨਾਂ ਵੱਲ ਧਿਆਨ ਦਿੱਤਾ ਹੁੰਦਾ ਤੇ ਇਹ ਸਕੂਲਾਂ ਦਾ ਵੀ ਹਾਲਾਤ ਇਹਨਾਂ ਦੇ ਵਧੀਆ ਹੋਣੇ ਸੀ। ਅਧਿਆਪਕ ਚੰਗੇ ਹੋਣ, ਉੱਥੇ ਲੈਬੋਰੇਟਰੀਜ਼ ਹੋਣ, ਉੱਥੋਂ ਦਾ ਇਨਫਰਾਸਟ੍ਰਕਚਰ ਚੰਗਾ ਹੋਵੇ, ਤਾਂ ਵਾਕਿਆ ਜਿਹੜੇ ਬੱਚੇ ਆ ਉਹ ਦੂਰ ਦੁਰਾਡੇ ਨਾ ਜਾਣ। ਤੁਸੀਂ ਵਿਦੇਸ਼ਾਂ ਦੀ ਗੱਲ ਕੀਤੀ ਆ, ਪਿਛਲੇ 5 ਸਾਲਾਂ ਦੇ ਵਿੱਚ 6 ਲੱਖ ਤੋਂ ਵੱਧ ਭਾਰਤੀਆਂ ਨੇ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਆ, ਇੱਥੋਂ ਦੀ ਸਿਟੀਜ਼ਨਸ਼ਿਪ ਛੱਡ ਦਿੱਤੀ ਆ। ਇਸ ਟਾਈਮ ਭਾਰਤ ਦੇ 1 ਕਰੋੜ ਤੇ 33 ਲੱਖ ਵਿਅਕਤੀ ਪੂਰੀ ਦੁਨੀਆ ਦੇ ਵਿੱਚ ਵਸਦੇ ਆ। ਇਹਨਾਂ ਬੱਚਿਆਂ ਨੂੰ ਜਾਂ ਇਹਨਾਂ ਲੋਕਾਂ ਨੂੰ ਕੀ ਜਾਣ ਦੀ ਲੋੜ ਸੀ ਜੇ ਸਾਰੀਆਂ ਸੁਵਿਧਾਵਾਂ, ਸਾਰੇ ਮੌਕੇ, ਚਾਹੇ ਨੌਕਰੀਆਂ ਦੇ ਹੋਣ ਤੇ ਚਾਹੇ ਸਿੱਖਿਆ ਦੇ ਹੋਣ, ਇੱਥੇ ਮਿਲਦੇ। ਕੋਈ ਨਹੀਂ ਜਾਣਾ ਚਾਹੁੰਦਾ, ਉਹਨਾਂ ਦੇ ਦਿਲ ਫਰੋਲ ਲਓ, ਉਹਨਾਂ ਦੇ ਨਾਲ ਗੱਲ ਕਰ ਲਓ। ਉਹ ਅੱਜ ਵੀ ਚਾਹੁੰਦੇ ਆ ਕਿ ਜੇ ਉਹਨਾਂ ਨੂੰ ਇੱਥੇ ਕੋਈ ਚੱਜ ਦਾ ਕੰਮ ਮਿਲ ਜੇ, ਵਾਪਸ ਆਉਣਾ ਚਾਹੁੰਦੇ ਆ। ਲੇਕਿਨ ਸਾਡੇ ਸਿਆਸਤਦਾਨ ਹੋਣ, ਸਾਡੇ ਪ੍ਰਸ਼ਾਸਕ ਹੋਣ, ਸਾਡਾ ਮਾਹੌਲ ਹੋਵੇ, ਇਹਨਾਂ ਸਾਰਿਆਂ ਨੇ ਆਪਣਾ ਇਸ ਯੋਗਦਾਨ ਪਾਇਆ ਇਸ ਮਾਹੌਲ ਨੂੰ ਇਸ ਤਰ੍ਹਾਂ ਦਾ ਬਣਾਉਣ ਦੇ ਵਿੱਚ। ਤੇ ਹੁਣ ਤਾਂ ਕਈ ਤੁਸੀਂ ਪਾਰਟੀਆਂ ਦੇਖੋ, ਉਹ ਕਹਿੰਦੇ ਤੁਹਾਨੂੰ ਵਿਦੇਸ਼ਾਂ 'ਚ ਭੇਜਣ ਲਈ ਅਸੀਂ ਆਇਲਸ ਦੇ ਤੁਹਾਡੀ ਤਿਆਰੀਆਂ ਕਰਾਵਾਂਗੇ, ਤੁਹਾਨੂੰ ਵਿਦੇਸ਼ਾਂ 'ਚ ਭੇਜਣ ਲਈ ਅਸੀਂ ਤੁਹਾਨੂੰ ਕਰਜ਼ਾ ਦੇਵਾਂਗੇ। ਮਤਲਬ ਕਿ ਕਿਸ ਤਰ੍ਹਾਂ ਦੀ ਸਾਡੀ ਮਾਨਸਿਕਤਾ ਆਪਣੇ ਬੱਚਿਆਂ ਵੱਲ, ਜੇ ਅਸੀਂ ਆਪਣੇ ਭਵਿੱਖ ਵੱਲ, ਜਿਹੜਾ ਇੱਕ ਸਰਮਾਇਆ ਹੁੰਦਾ ਕਿਸੇ ਵੀ ਮੁਲਕ ਦਾ, ਕਿਸੇ ਵੀ ਸੂਬੇ ਦਾ, ਉਹਦੇ ਵੱਲ ਧਿਆਨ ਦੇਣ ਦੀ ਲੋੜ ਆ। ਔਰ ਮੈਨੂੰ ਲੱਗਦਾ ਪ੍ਰਗਟ ਸਿੰਘ ਔਰ ਮਨੀਸ਼ ਸਿਸੋਦੀਆ ਦੀ ਬਹਿਸ ਦੇ ਵਿੱਚੋਂ ਮੈਨੂੰ ਕੁਝ ਪੋਜ਼ਿਟਿਵ ਨਜ਼ਰ ਆਉਂਦਾ। ਜਦੋਂ ਸਕੂਲਾਂ ਦੀ ਗੱਲ ਕਰਨਗੇ, ਸਾਡੇ ਕੋਲ ਕਿੰਨੇ ਅਧਿਆਪਕ ਆ, ਕਿੰਨੇ ਪ੍ਰਿੰਸੀਪਲ ਆ, ਸ਼ਾਇਦ ਇਹਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਹੁਣ ਕੁਝ ਨਹੀਂ ਹੈ ਤੇ ਅੱਗੇ ਨੂੰ ਜੇ ਬਹਿਸਵਾਦੀ। ਇੱਕ ਚੀਜ਼ ਮੈਂ ਹੋਰ ਦੱਸਦਾ, ਇਹਦੇ ਨਾਲ ਜਿਹੜੇ ਦੂਸਰੇ ਸੂਬਿਆਂ ਦੇ ਸਿੱਖਿਆ ਮੰਤਰੀ ਆ, ਸ਼ਾਇਦ ਉਹਨਾਂ ਤੇ ਵੀ ਇਸ ਚੀਜ਼ ਦਾ ਅਸਰ ਪਵੇ। ਉਹ ਵੀ ਆਪਣੀਆਂ ਸੂਚੀਆਂ ਕੱਢ ਲੈਣ ਕਿ ਜੇ ਸਾਨੂੰ ਕੱਲ ਨੂੰ ਪੁੱਛ ਲਿਆ ਤੇ ਫਿਰ ਅਸੀਂ ਕੀ ਦੱਸਾਂਗੇ। ਸੋ ਲੱਗਦਾ ਸ਼ਾਇਦ ਕੁਝ ਪੋਜ਼ਿਟਿਵ ਨਿਕਲੇ। ਜੀ ਜੀ, ਬਿਲਕੁਲ ਠੀਕ ਹੈ। ਔਰ ਮੈਂ ਇੱਕ ਦਰੁਸਤੀ ਕਰਦਿਆਂ, ਮੈਂ ਸਰਕਾਰੀ ਸਕੂਲ ਦੇ ਵਿੱਚੋਂ ਪੜ੍ਹਿਆ, ਲੇਕਿਨ ਸਾਡੀਆਂ ਕਮਜ਼ੋਰੀਆਂ, ਇਹ ਖਾੜਕੂਵਾਦ ਤੋਂ ਪੀੜਤ ਦੌਰ ਸੀਗਾ, ਲਗਭਗ 2 ਪੀੜ੍ਹੀਆਂ ਇਹਦੀ ਭੇਂਟ ਹੋਈਆਂ। ਸਰਕਾਰੀ ਤੰਤਰ ਵੀ ਇਹਦੀ ਭੇਂਟ ਹੋਇਆ, ਸਰਕਾਰੀ ਸਕੂਲੀ ਸਿਸਟਮ ਵੀ ਉਸ ਕਾਲੇ ਦੌਰ ਦੀ ਭੇਂਟ ਚੜਿਆ। ਉਸ ਤੋਂ ਪਹਿਲਾਂ ਸਰਕਾਰੀ ਸਕੂਲਾਂ ਚੋਂ ਪੜ੍ਹੇ 10-10 ਪਾਸ ਬਹੁਤ ਬਿਹਤਰ ਅੰਗਰੇਜ਼ੀ, ਹਿੰਦੀ ਔਰ ਪੰਜਾਬੀ ਜਾਣਦੇ ਸੀਗੇ। ਸਾਡੇ ਦੌਰ 'ਚ ਸਾਡਾ ਹੱਥ ਸਦਾ ਅੰਗਰੇਜ਼ੀ ਦੇ ਵਿੱਚ ਤੰਗ ਹੀ ਰਿਹਾ। ਲੋਕਾਂ ਨੂੰ ਬਹੁਤ ਸਾਰੇ ਜਿਹੜੇ ਐਗਜ਼ਾਮ ਸੀਗੇ, ਮੁਕਾਬਲੇ ਦੇ ਇਮਤਿਹਾਨ ਸੀ, ਉਹਨਾਂ 'ਚ ਬੈਠਣ ਦੀ ਝਿਜਕ ਰਹੀ। ਮੈਨੂੰ ਯਾਦ ਹੈ ਜਿਹੜੇ DC ਲੱਗੇ ਰਹੇ ਜਲੰਧਰ ਔਰ ਲੁਧਿਆਣੇ, ਸ਼ਾਇਦ ਅੱਜ ਕੱਲ੍ਹ ਨੇ ਜਾਂ ਬਦਲ ਗਏ, ਉੱਥੋਂ ਵਰਿੰਦਰ ਕੁਮਾਰ, ਉਹਨਾਂ ਨੇ ਪੰਜਾਬੀ ਦੇ ਵਿੱਚ ਪ੍ਰੀਖਿਆ ਦੇ ਕੇ IAS ਪਾਸ ਕੀਤੀ। ਇਸੇ ਤਰ੍ਹਾਂ ਕੁਲਵੰਤ ਸਿੰਘ ਜਿਹੜੇ ਤਰਨਤਾਰਨ ਦੇ ਵਿੱਚ ਪਿੱਛੇ DC ਸੀਗੇ, ਉਹਨਾਂ ਨੇ ਵੀ ਪੰਜਾਬੀ 'ਚ ਪਾਸ ਕੀਤੀ ਹੈ। ਹੁਣ ਥੋੜੇ ਸਮੇਂ ਤੋਂ ਪ੍ਰਾਵਧਾਨ ਹੋਏ ਕਿ ਤੁਸੀਂ ਆਪਣੀ ਭਾਸ਼ਾ 'ਚ ਇਹ ਦੇ ਸਕਦੇ ਹੋ, ਜਾਂ ਲੋਕਾਂ 'ਚ ਅਵੇਅਰਨੈਸ ਹੁਣ ਆਈ। ਲੇਕਿਨ ਇੱਥੇ ਸਭ ਤੋਂ ਵਧੀਆ ਤੰਤਰ ਆ, ਸਭ ਤੋਂ ਬਿਹਤਰ ਸਰਕਾਰੀ ਸਕੂਲਾਂ ਕੋਲ ਟੀਚਰ ਨੇ। ਜਦੋਂ ਵੀ ਕਿਧਰੇ ਕੋਈ ਇਹਨਾਂ ਦੇ ਇਮਤਿਹਾਨ ਹੁੰਦੇ ਆ, ਜਦੋਂ ਵੀ ਟੀਚਰ ਭਰਤੀ ਕਰਨੇ ਹੁੰਦੇ ਆ, ਜਿੰਨੇ ਪ੍ਰਾਈਵੇਟ ਸਕੂਲਾਂ ਦੇ ਟ੍ਰੇਨਡ ਕੀਤੇ ਟੀਚਰ ਹੁੰਦੇ ਆ, ਉਹ ਸਾਰੇ ਦੇ ਸਾਰੇ ਸਰਕਾਰੀ ਸਕੂਲਸ ਦੇ ਵਿੱਚ ਚਲੇ ਜਾਂਦੇ ਆ। ਇਹ ਸਭ ਤੋਂ ਬਿਹਤਰ ਸਟੱਫ ਹੈ ਇੱਥੇ, ਸਭ ਤੋਂ ਬਿਹਤਰ ਜਿਹੜੀ ਫੈਕਲਟੀ ਤੁਸੀਂ ਕਹਿ ਸਕਦੇ ਹੋ। ਲੇਕਿਨ ਅਫਸੋਸ ਕਿ ਲੋਕਾਂ ਦਾ ਭਰੋਸਾ ਨਹੀਂ ਵੱਧ ਰਿਹਾ। ਇਹ ਭਰੋਸਾ ਬਣਾਉਣ ਲਈ ਕੌਣ ਅੱਗੇ ਆਊਗਾ, ਅਜੇ ਕੁਝ ਸਮਝ ਨਹੀਂ ਆਉਂਦੀ ਅਜੇ ਨੇੜ ਭਵਿੱਖ 'ਚ। ਕਿਉਂਕਿ ਕ੍ਰਿਸ਼ਨ ਕੁਮਾਰ ਵਰਗੇ ਕਹਿੰਦੇ ਦਹਾਕੇ ਵਾਂਗ ਹੋ ਗਿਆ ਉਹਨਾਂ ਨੂੰ ਸਕੂਲੀ ਸਿਸਟਮ 'ਚ, ਕੁਝ ਸੁਧਾਰ ਨਹੀਂ ਆਇਆ। ਦਿਖਾਵੇ ਤੋਂ ਵੱਧ ਕ੍ਰਿਸ਼ਨ ਕੁਮਾਰ ਜ਼ਿਆਦਾ ਕੁਝ ਨਹੀਂ ਕਰ ਪਾਏ, ਕਿਉਂਕਿ
ਸ਼ਾਇਦ ਉਹਨਾਂ ਦੇ ਵੀ ਹੱਥ ਖੜੇ ਆ। ਪੂਰਾ ਇੱਕ ਢਾਂਚਾ ਹੁੰਦਾ, ਇੱਕ ਟੀਮ ਹੁੰਦੀ ਆ, ਲੋਕਾਂ ਦੀ ਮਾਨਸਿਕਤਾ ਹੁੰਦੀ ਹੈ, ਕਿਵੇਂ ਬਦਲ ਸਕੋਗੇ? ਐਫਰਟਸ ਲੱਗੇ, ਈਵੈਂਟਸ ਹੋਏ, ਲੇਕਿਨ ਭਰੋਸਾ ਬਹਾਲ ਨਹੀਂ ਹੋਇਆ। ਸਿਰਫ ਗਿਣਤੀ ਦੇ ਕੁਝ ਲੋਕਾਂ ਦਾ ਵੱਧ ਜਾਣਾ, ਬੱਚਿਆਂ ਦੀ ਗਿਣਤੀ ਦਾ ਤੇ ਮੁਨਸਰ ਕਰਨਾ, ਕੁਆਲਿਟੀ ਐਜੂਕੇਸ਼ਨ ਨਾਲ ਇਹਨੂੰ ਤੁਸੀਂ ਨਹੀਂ ਮਾਪ ਸਕਦੇ। ਕੁਆਲਿਟੀ ਐਜੂਕੇਸ਼ਨ ਦੇ ਨਜ਼ਰੀਓਂ ਇਹ ਅੰਕੜੇ ਉਹਨੇ ਦਰੁਸਤ ਨਹੀਂ ਗਏ। ਲੇਕਿਨ ਜਾਂਦੇ ਜਾਂਦੇ ਮੈਨੂੰ ਇੱਕ ਹੀ ਟਿੱਪਣੀ ਅੱਧੇ ਕੁ ਮਿੰਟ 'ਚ ਕਰ ਜਿਓ। ਕਹਿੰਦੇ ਲੰਬੀ ਸੀਟ ਦੇ ਉੱਤੇ ਥੋੜੀ ਜੀ ਸਸ਼ੋਪੰਜ ਹੈ ਕਿ ਵੱਡੇ ਬਾਦਲ ਸਾਹਿਬ ਲੜਨ ਜਾਂ ਕਿਸੇ ਹੋਰ ਨੂੰ ਲੜਾਈਏ। ਪਾਰਟੀ ਚਾਹੁੰਦੀ ਆ ਬਾਦਲ ਸਾਹਿਬ ਨੂੰ ਲੜਾਈਏ। ਬਾਦਲ ਸਾਹਿਬ ਅੱਜ ਕੱਲ ਕਹਿੰਦੇ ਸਮਾਜ ਸੇਵੀ ਕੰਮਾਂ 'ਚ ਲੱਗੇ ਆ ਤੇ ਫੋਟੋ ਖਿਚਵਾਉਣ ਤੋਂ ਵੀ ਉਹ ਇਨਕਾਰ ਹੀ ਕਰਦੇ ਆ। ਕਹਿੰਦੇ ਸੇਵਾ ਦੇ ਕੰਮਾਂ ਨੂੰ ਬਹੁਤਾ ਅੱਗੇ ਦਿਖਾਉਣਾ ਨਹੀਂ ਚਾਹੀਦਾ। ਉਹ ਹਰ ਦਿਨ ਦਰਜਨਾਂ ਲੋਕਾਂ ਨੂੰ, ਸੈਂਕੜੇ ਲੋਕਾਂ ਨੂੰ, ਲੋੜਵੰਦਾਂ ਨੂੰ ਮਿਲ ਰਿਹਾ, ਪਤਾ ਲੱਗਿਆ ਹੈ। ਔਰ ਜੇ ਕਿਸੇ ਨੇ ਫੋਟੋ ਖਿੱਚਣ ਦੀ ਵੀ ਕੋਸ਼ਿਸ਼ ਕੀਤੀ, ਉਹਨਾਂ ਮੌਕਿਆਂ ਤੇ ਮਨਾ ਕੀਤੇ ਗਏ। ਲੇਕਿਨ ਪਾਰਟੀ ਉਹਨਾਂ ਨੂੰ ਫਿਰ ਇਨਕੈਸ਼ ਕਰਨਾ ਚਾਹੁੰਦੀ ਆ। ਇਹ ਵੀ ਇੱਕ ਸਥਿਤੀ ਬਣ ਰਹੀ ਹੈ। ਇਹਦੇ ਤੇ ਜਾਂਦੇ ਜਾਂਦੇ ਟਿੱਪਣੀ ਕਰ ਦਿਓ। ਸਰਪ੍ਰਸਤ ਨੇ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਤੇ ਲਗਭਗ ਇੱਕ ਰਿਟਾਇਰਡ ਜ਼ਿੰਦਗੀ ਬਤੀਤ ਕਰ ਰਹੇ ਸੀ ਉਹ, ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿਉਂਕਿ ਉਹਨਾਂ ਨੇ 95 ਵਰ੍ਹਿਆਂ ਦਾ ਹੋ ਜਾਣਾ 8 ਦਸੰਬਰ ਨੂੰ, ਮਾਫ ਕਰਨਾ ਜੀ। ਤੇ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਨੂੰ ਲੰਬੀ ਤੋਂ ਲੜਾਉਣ ਦੀਆਂ ਪੂਰੀਆਂ ਤਿਆਰੀਆਂ ਵੀ ਸੀ। ਤੇ ਲੇਕਿਨ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਲੱਗਾ ਕਿ ਗੱਲ ਬਣ ਨਹੀਂ ਰਹੀ, ਇਸ ਕਰਕੇ ਸ਼ਾਇਦ ਜਿਹੜੇ ਪ੍ਰਕਾਸ਼ ਸਿੰਘ ਬਾਦਲ ਆ 10 ਵਾਰੀ ਉਹ ਲੰਬੀ ਤੋਂ ਵਿਧਾਇਕ ਰਹਿ ਚੁੱਕੇ ਆ। ਇਸ ਟਾਈਮ ਸਭ ਤੋਂ ਵੱਡੀ ਉਮਰ ਦੇ ਪੂਰੇ ਭਾਰਤ ਦੇ ਵਿੱਚ ਉਹ ਵਿਧਾਇਕ ਨੇ, ਐਮਐਲਏ ਨੇ। ਕਹਿਣ ਦਾ ਮਤਲਬ ਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿੰਨੀ ਉਹਨਾਂ ਦੀ ਲੋੜ ਆ, ਉਹਨਾਂ ਦੀ ਗਾਈਡੈਂਸ ਦੀ, ਉਹਨਾਂ ਦੀ ਸਰਪ੍ਰਸਤੀ ਦੀ ਸ਼ਾਇਦ ਮੈਨੂੰ ਲੱਗਦਾ ਕਦੇ ਨਹੀਂ ਪਈ। ਕਿਉਂਕਿ ਜਿੰਨੀ ਦੇਰ ਤੱਕ ਬਾਦਲ ਸਾਹਿਬ ਰਹੇ ਜਾਂ ਐਕਟਿਵ ਰਹੇ, ਮੈਂ ਕਹੂੰਗਾ ਇਸ ਪੋਲਿਟਿਕਸ ਦੇ ਵਿੱਚ, ਸਿਆਸਤ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਸੀ ਉਹਨਾਂ ਨੂੰ ਕਦੇ ਵੀ ਕੋਈ ਚਿੰਤਾ ਨਹੀਂ ਹੋਈ। ਇਸ ਕਰਕੇ ਮੈਨੂੰ ਲੱਗਦਾ ਮਜਬੂਰੀ ਵੀ ਆ ਉਹਨਾਂ ਦੀ ਕਿ ਇਹਨਾਂ ਨੂੰ ਜੇ ਅਸੀਂ ਅੱਗੇ ਨਹੀਂ ਲਿਆਵਾਂਗੇ ਤੇ ਸਾਡੀ ਦਾਲ ਨਹੀਂ ਗਲਣੀ। ਇਸੇ ਕਰਕੇ ਸ਼ਾਇਦ ਬਾਦਲ ਸਾਹਿਬ ਨੂੰ ਲੰਬੀ ਤੋਂ ਫੇਰ ਇੱਕ ਵਾਰੀ ਲੜਾਇਆ ਜਾਏਗਾ ਤੇ ਬਾਦਲ ਸਾਹਿਬ ਵੀ ਕਹਿਣਗੇ ਕਿ ਜਾਂਦੇ ਜਾਂਦੇ ਮੈਨੂੰ ਜਿਤਾਓ ਜ਼ਰੂਰ ਤੇ ਮੇਰੀ ਪਾਰਟੀ ਨੂੰ ਵੀ ਜਿਤਾਓ। 14 ਦਸੰਬਰ ਨੂੰ ਤੁਹਾਨੂੰ ਪਤਾ ਹੀ ਹੈ ਰੈਲੀ ਰੱਖਣੀ, ਜਿੱਥੇ ਬਹੁਤ ਵਿਸ਼ਾਲ ਰੈਲੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਤੇ ਦੇਖਦੇ ਆ ਕਿ ਉੱਥੇ ਕੀ ਬਣਦਾ। ਲੇਕਿਨ ਇਹ ਗੱਲ ਤੁਹਾਡੀ ਬਿਲਕੁਲ ਠੀਕ ਆ ਕਿ ਉਹਨਾਂ ਨੂੰ ਦੁਬਾਰਾ ਫਿਰ ਐਕਟਿਵ ਕੀਤਾ ਜਾ ਰਿਹਾ। ਤੁਹਾਡਾ ਮਤਲਬ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ 14 ਦਸੰਬਰ ਵਾਲੀ ਕਿੱਲੀ ਚਾਲਾਂ ਦੀ ਰੈਲੀ ਮੋਗੇ ਵਾਲੀ, ਉਥੋਂ ਇਹ ਆਪ ਮੁਹਾਰੇ ਐਲਾਨ ਵੀ ਕਰ ਸਕਦੇ ਆ ਕਿ ਮੇਰੇ ਤੇ ਪਾਰਟੀ ਵਰਕਰਾਂ ਦਾ ਦਬਾਅ ਹੈ ਤੇ ਪਾਰਟੀ ਦੀ ਕੋਰ ਕਮੇਟੀ ਦੀ ਭਾਵਨਾ ਨੂੰ ਧਿਆਨ 'ਚ ਰੱਖਦਿਆਂ ਮੈਨੂੰ ਦਿੱਤੀ ਗਈ ਪ੍ਰਪੋਜ਼ਲ, ਤੁਹਾਡੇ ਇਕੱਠ ਤੇ ਉਤਸ਼ਾਹ ਨੂੰ ਵੇਖ ਕੇ ਮੈਂ ਪ੍ਰਵਾਨ ਕਰਦਾ ਹਾਂ ਤੇ ਮੈਂ ਇੱਕ ਵਾਰੀ ਫਿਰ ਲੰਬੀ ਤੋਂ ਚੋਣ ਲੜੂੰਗਾ ਤੇ ਸਰਗਰਮ ਸਿਆਸਤ ਵਿੱਚ ਰਹੂੰਗਾ। ਮੈਂ ਪੰਜਾਬ ਦੇ ਮਸਲਿਆਂ ਲਈ ਤਾ ਉਮਰ ਲੜਿਆ ਤੇ ਆਖਰੀ ਸਾਹ ਤੱਕ ਲੜਾਂਗਾ। ਮੈਂ ਅਜੇ ਸਰਗਰਮ ਸਿਆਸਤ ਵਿੱਚ ਆ, ਮੈਂ ਕਿਤੇ ਨਹੀਂ ਗਿਆ। ਇਹ ਅਨਾਉਂਸਮੈਂਟ ਦੀ ਉਡੀਕ ਕਰਨੀ ਬਣਦੀ ਆ। ਉਡੀਕ 14 ਦਸੰਬਰ ਵਾਲੇ ਦਿਨ ਇਤਿਹਾਸਕ ਦਿਨ ਹੋਊਗੀ ਜਿੱਥੇ ਲੱਖ ਕੁ ਬੰਦਾ ਘੱਟੋ ਘੱਟ ਇਕੱਠ ਹੋਊਗਾ। ਲੇਕਿਨ ਉਹ ਇਕੱਠ 4-5 ਲੱਖ ਲੋਕਾਂ ਦਾ ਦਿਖਾਇਆ ਜਾਊਗਾ। ਹੈਲੀਕਾਪਟਰ ਉੱਡਣਗੇ, ਫੁੱਲਾਂ ਦੀ ਵਰਖਾ ਵੀ ਹੋ ਸਕਦੀ ਆ ਤੇ ਉਹਨੂੰ ਕੀ ਕਹਿੰਦੇ ਹੁੰਦੇ, ਏਰੀਅਲ ਵਿਊ ਨਾਲ ਤੁਹਾਨੂੰ ਸਭ ਦੇਖਣ ਨੂੰ ਮਿਲੂਗਾ। ਅੱਖਾਂ ਦੇ ਵਿੱਚ ਆਪਣੇ ਕੀ ਕਹਿੰਦੇ ਹੁੰਦੇ ਆ, ਉਹ ਜਿਹੜਾ ਅੱਖਾਂ 'ਚ ਪਾਈਦਾ ਉਹ ਪਾ ਲਿਓ, ਨਜ਼ਰ ਤਿੱਖੀ ਰੱਖਿਓ, ਜ਼ਬਾਨਾਂ ਨੂੰ ਕੰਟਰੋਲ 'ਚ ਰੱਖਿਓ ਕਿਉਂਕਿ ਕਾਂਗਰਸ ਦੇ ਬਲਾਕ ਪ੍ਰਧਾਨ ਕਹਿੰਦੇ ਸਿੱਧੂ ਨੂੰ ਚੁੱਪ ਕਰਾਓ, ਕੌਣ ਕਰਾਊ ਭਾਈ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।